ਪ੍ਰਸਾਦ। ਜਪ ਆਦਿ ਸਚ, ਜੁਗਾਦਿ ਸਚ, ਹੈ ਭੀ ਸਚ। ਨਾਨਕ ਹੋਸੀ ਭੀ ਸਚ। ਚੱਕਰ ਚਿਹਨ ਅਰ ਬਰਨ, ਜਾਤਿ ਅਰ ਪਾਤ ਨਹਿਨ ਜੇਹ। ਰੂਪ ਰੰਗ ਅਰ ਰੇਖ ਪੇਖ, ਕੋ ਕਹਿ ਨਾ ਸਕਤ ਕੇਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਾਨ ਕੜਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤੁਐ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਣਤ ਸੁਮਤ। ਤਤ ਵਿਚਾਰ ਜਹ ਮਥੁਰਾ, ਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਇਸ ਵੀਕਐਂਡ ਉੱਤੇ ਜੋ ਆਪਾਂ ਹਫਤਾਵਾਰੀ ਦੀਵਾਨ ਸਜਾ ਰਹੇ ਹਾਂ, 4 ਪਵਿੱਤਰ ਦਿਹਾੜੇ ਸੰਗਤਾਂ ਮਨਾ ਰਹੀਆਂ ਨੇ। ਇੱਕ ਤਾਂ ਧੰਨ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਗਰੀਬ ਨਿਵਾਜ ਜੀ ਦਾ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਪੁਰਬ ਕੱਲ੍ਹ ਹੀ ਲੰਘਿਆ ਹੈ। ਰਾਤ ਵੀ ਸੰਗਤਾਂ ਨਾਲ ਇਸੇ ਵਿਸ਼ੇ 'ਤੇ ਵਿਚਾਰ ਕੀਤੀ ਸੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਤੈਂ ਜਨਮਤ ਗੁਰਮਤਿ ਬ੍ਰਹਮ ਪਛਾਣਿਓ। ਬਚਪਨ ਤੋਂ, ਜਨਮ ਤੋਂ ਹੀ ਪ੍ਰਮਾਤਮਾ ਨੂੰ ਪਛਾਣ ਲਿਆ। ਅਤੇ ਅਸਲ ਵਿੱਚ ਇਹੋ ਜਿਹੀਆਂ ਰੂਹਾਂ ਜਿਹੜੀਆਂ ਮਹਾਂਪੁਰਸ਼ ਹੁੰਦੇ ਨੇ, ਉਹਨਾਂ ਦਾ ਆਉਣਾ ਸਾਡੇ ਤਰ੍ਹਾਂ ਨਹੀਂ ਹੁੰਦਾ। ਸਾਡੇ ਆਉਣ ਵਿੱਚ ਅਤੇ ਮਹਾਂਪੁਰਸ਼ਾਂ ਦੇ ਆਉਣ ਵਿੱਚ ਬੜਾ ਫਰਕ ਹੈ। ਜੇਲ੍ਹ ਦੇ ਵਿੱਚ ਕੈਦੀ ਵੀ ਜਾਂਦੇ ਨੇ, ਅਤੇ ਜੇਲ੍ਹ ਦੇ ਵਿੱਚ ਜੇਲ੍ਹ ਦੇ ਅਧਿਕਾਰੀ, ਸੁਪਰਡੈਂਟ, ਡਾਕਟਰ, ਡਿਪਟੀ ਸੁਪਰਡੈਂਟ ਅਤੇ ਉੱਥੋਂ ਦੇ ਜਿਹੜੇ ਸੇਵਾ ਕਰਨ ਵਾਲੇ ਨੇ, ਉਹ ਬੰਦੇ ਵੀ ਜੇਲ੍ਹ ਵਿੱਚ ਰੋਜ਼ ਜਾਂਦੇ ਨੇ। ਪਰ ਜੇਲ੍ਹ ਦੇ ਡਾਕਟਰ ਦੇ ਵਿੱਚ ਅਤੇ ਜੇਲ੍ਹ ਵਿੱਚ ਜਿਹੜਾ ਕੈਦੀ ਹੈ, ਉਹਦੇ ਵਿੱਚ ਇੱਕ ਫਰਕ ਹੁੰਦਾ ਹੈ। ਕੈਦੀ ਆਪਣੀ ਕੀਤੀ ਹੋਈ ਗਲਤੀ ਦਾ, ਆਪਣੇ ਕੀਤੇ ਹੋਏ ਗੁਨਾਹ ਦਾ, ਆਪਣੇ ਕੀਤੇ ਹੋਏ ਪਾਪ ਦਾ ਫਲ ਭੋਗਣ ਜਾਂਦੇ ਨੇ। ਅਤੇ ਡਾਕਟਰ ਜਿਹੜੇ ਨੇ, ਉਹਨਾਂ ਦਾ ਇਲਾਜ ਕਰਨ ਜਾਂਦੇ ਨੇ। ਇਹ ਸੰਸਾਰ ਇੱਕ ਬੜੀ ਵੱਡੀ ਜੇਲ੍ਹ ਹੈ, ਜਿਹਦੇ ਵਿੱਚ ਜੀਵ ਆਤਮਾ ਆਪਣੇ ਕਰਮਾਂ ਦਾ ਫਲ ਭੋਗ ਰਹੀ ਹੈ। ਗੁਰੂ ਸਾਹਿਬ ਕਹਿੰਦੇ ਨੇ, ਜਮ ਜਮ ਮਰੈ, ਮਰੈ ਫਿਰ ਜਮੈ। ਜਮ ਜਮ ਕੇ ਮਰਦੇ ਨੇ, ਮਰ ਮਰ ਕੇ ਜੰਮਦੇ ਨੇ, ਫਿਰ ਜੰਮਦੇ ਨੇ। ਕਈ ਜਨਮ ਭਏ ਕੀਟ ਪਤੰਗਾ। ਆਪਾਂ ਇੱਕੋ ਵਾਰੀ ਦੁਨੀਆ 'ਤੇ ਨਹੀਂ ਆਏ। ਜਿਵੇਂ ਇੱਕ ਇਨਸਾਨ ਇੱਕ ਦਿਨ ਚਿੱਟੇ ਕੱਪੜੇ ਪਾ ਲੈਂਦਾ, ਦੂਜੇ ਦਿਨ ਨੀਲੇ ਪਾ ਲੈਂਦਾ, ਪੀਲੇ ਪਾ ਲੈਂਦਾ, ਹਰੇ ਪਾ ਲੈਂਦਾ। ਪੁਰਾਣੇ ਕੱਪੜੇ ਹੋ ਜਾਂਦੇ ਨੇ, ਸੁੱਟ ਦਿੰਦਾ ਅਤੇ ਨਵੇਂ ਸਵਾ ਲੈਂਦਾ। ਇਸੇ ਤਰ੍ਹਾਂ ਜੀਵ ਆਤਮਾ 84 ਲੱਖ ਜੂਨਾਂ ਵਿੱਚ ਆਉਂਦੀ ਹੈ, ਜਾਂਦੀ ਹੈ, ਜੰਮਦੀ ਹੈ, ਮਰਦੀ ਹੈ। ਮਹਾਰਾਜ ਪੰਚਮ ਪਾਤਸ਼ਾਹ ਜੀ ਦੇ ਬਚਨ ਹਨ, ਗੋਬਿੰਦ ਮਿਲਣ ਕੀ
ਇਹ ਤੇਰੀ ਬਰੀਆ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿ ਬਾਕੀ ਜੂਨੀਆਂ ਵਿੱਚ ਇੰਨੀ ਸਹੂਲਤ ਨਹੀਂ ਹੈ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਕੀੜੇ ਪਤੰਗੇ ਹੀ ਬਣਦੇ ਰਹੇ। ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਹਾਥੀ, ਗਜ ਹਾਥੀ ਨੂੰ ਕਹਿੰਦੇ ਆ, ਮੀਨ ਮੱਛੀ ਨੂੰ ਕਹਿੰਦੇ ਆ, ਕੁਰੰਗਾ ਹਿਰਨ ਨੂੰ ਕਹਿੰਦੇ ਆ। ਕਈ ਜਨਮ ਹਾਥੀ ਬਣੇ ਆ, ਕਈ ਜਨਮ ਮੱਛੀਆਂ ਬਣੇ ਆ, ਅਤੇ ਕਈ ਜਨਮ ਅਸੀਂ ਹਿਰਨ ਬਣੇ ਆ, 12 ਸਿੰਘੇ ਬਣੇ ਆ। ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਪੰਛੀ ਬਣ ਕੇ ਇੱਲ ਬਣੇ ਆ, ਬਾਜ ਬਣੇ ਆ, ਕਾਂ ਬਣੇ ਆ, ਘੁੱਗੀ ਬਣੇ ਆ, ਕਬੂਤਰ ਬਣੇ ਆ, ਤੋਤਾ ਬਣੇ ਆ, ਚਿੜੀ ਬਣੇ ਆ। ਕਹਿੰਦੇ ਕਈ ਜਨਮ ਪੰਖੀ ਸਰਪ ਹੋਇਓ, ਜਿਹੜੇ ਥੱਲੇ ਸਰਕ ਕੇ ਚੱਲਦੇ ਨੇ ਉਹਨਾਂ ਨੂੰ ਸਰਪ ਕਹਿੰਦੇ ਨੇ। ਉਹ ਸਰਪ ਦੀ ਜੂਨੀ ਵਿੱਚ ਵੀ ਅਸੀਂ ਸੱਪ ਦੀ ਜੂਨੀ ਵੀ ਕਈ ਵਾਰ ਭੋਗੀ ਹੈ। ਕਈ ਜਨਮ ਹੈਵਰ ਬਿਰਖ ਜੋਇਓ, ਕਈ ਵਾਰੀ ਘੋੜੇ ਬਣੇ ਆ, ਕਈ ਵਾਰੀ ਅਸੀਂ ਬਲਦ ਬਣੇ ਆ, ਕਈ ਵਾਰੀ ਅਸੀਂ ਘਾਹ ਦਾ ਤੀਲਾ ਵੀ ਬਣੇ ਹਾਂ, ਅਤੇ ਕਈ ਵਾਰੀ ਅਸੀਂ ਚੰਦਨ ਦਾ ਰੁੱਖ ਵੀ ਬਣੇ ਹਾਂ। ਇਹ ਸਾਰੀਆਂ ਜੂਨੀਆਂ ਨੇ। ਕਹਿੰਦੇ ਇਹਨਾਂ ਜੂਨੀਆਂ ਵਿੱਚੋਂ ਲੰਘ ਲੰਘ ਕੇ ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਾਕੀ ਜੂਨੀਆਂ ਦੇ ਵਿੱਚ ਨਾਮ ਜਪਣਾ, ਸਿਮਰਨ ਕਰਨਾ, ਸੇਵਾ ਕਰਨੀ, ਗੁਰਦੁਆਰੇ ਆਉਣਾ, ਕਥਾ ਸੁਣਨੀ, ਕੀਰਤਨ ਸੁਣਨਾ ਪ੍ਰਾਪਤ ਨਹੀਂ ਹੁੰਦਾ। ਜੇ ਆਪਣੇ ਗੁਰਦੁਆਰੇ ਵਿੱਚ ਕੋਈ ਜਾਨਵਰ ਵੜਨ ਲੱਗੇ, ਅਸੀਂ ਡੰਡਾ ਮਾਰ ਕੇ ਭਜਾ ਦਿਆਂਗੇ? ਨਹੀਂ ਵੜਨ ਦਿਆਂਗੇ। ਪਰ ਅਸੀਂ ਆ ਕੇ ਕਥਾ ਸੁਣ ਸਕਦੇ ਹਾਂ, ਕੀਰਤਨ ਸੁਣ ਸਕਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹ ਸਕਦੇ ਹਾਂ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜਿਹੜੀ ਮਨੁੱਖਾ ਜਨਮ ਦੀ ਵਾਰੀ ਮਿਲੀ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਫਲੀ ਕਰ ਲਓ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸੋ ਜਿਹੜੇ ਮਹਾਂਪੁਰਸ਼ ਗੁਰੂ ਅਰਜਨ ਦੇਵ ਜੀ ਵਰਗੇ, ਗੁਰੂ ਨਾਨਕ ਦੇਵ ਜੀ ਵਰਗੇ, ਗੁਰੂ ਗੋਬਿੰਦ ਸਿੰਘ ਜੀ ਵਰਗੇ ਇਸ ਦੁਨੀਆ 'ਤੇ ਆਉਂਦੇ ਨੇ, ਉਹਨਾਂ ਦਾ ਆਉਣਾ ਅਤੇ ਸਾਡੇ ਆਮ ਲੋਕਾਂ ਦਾ ਆਉਣਾ ਫਰਕ ਹੈ। ਅਸੀਂ ਜਿਹੜੇ ਜੀਵ ਹਾਂ, 3 ਤਰ੍ਹਾਂ ਦੇ ਸਾਡੇ ਕਰਮ ਹੁੰਦੇ ਨੇ। ਕਰਮ ਯਾਨੀ ਜੋ ਕਰਦੇ ਹਾਂ, ਕਿਰਿਆ। ਅਸੀਂ ਹਰ ਵੇਲੇ ਕੁਛ ਨਾ ਕੁਛ ਕਰਦੇ ਹਾਂ, ਹਰ ਵੇਲੇ। ਤੁਸੀਂ ਕਹੋਗੇ ਇਸ ਟਾਈਮ 'ਤੇ ਅਸੀਂ ਕੁਛ ਨਹੀਂ ਕਰਦੇ, ਵਿਹਲੇ ਬੈਠੇ ਹਾਂ। ਜਿਹੜੇ ਥੋੜ੍ਹਾ ਜਿਹਾ ਗ੍ਰਾਮਰ ਜਾਣਦੇ ਨੇ, ਗ੍ਰਾਮਰ ਮੇਰਾ ਖਿਆਲ 10ਵੀਂ ਤੱਕ ਪੜ੍ਹਿਆਂ ਨੂੰ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਪਤਾ ਹੀ ਹੁੰਦਾ। ਵਿਆਕਰਣ ਦੇ ਵਿੱਚ ਇੱਕ ਵਰਬ ਹੁੰਦੀ ਹੈ, ਵਰਬ, ਕਿਰਿਆ ਕਰਨਾ। ਕਹਿੰਦੇ ਬੈਠਾ ਹਾਂ, ਜਦੋਂ ਗ੍ਰਾਮਰ ਦੀ ਬੋਲੀ 'ਚ ਕਰਾਂਗੇ ਅਸੀਂ, ਤਾਂ ਬੈਠਣਾ ਵੀ ਇੱਕ ਕਿਰਿਆ ਹੈ, ਬੈਠਣਾ ਵੀ ਇੱਕ ਕੰਮ ਹੈ, ਉੱਠਣਾ ਵੀ ਕੰਮ ਹੈ। ਕਹਿੰਦੇ ਮੈਂ ਵਿਹਲਾ ਬੈਠਾ, ਵਿਹਲਾ ਬੈਠਣਾ ਵੀ ਕੰਮ ਹੈ। ਆਰਾਮ ਕਰਨਾ ਉਹ ਵੀ ਕੰਮ ਹੈ। ਵਿਹਲਾ ਤਾਂ ਬੰਦਾ ਕਦੀ ਵੀ ਨਹੀਂ, ਸੁੱਤਾ ਪਿਆ ਕਹਿੰਦਾ, ਅਤੇ ਸੌਣਾ ਵੀ। ਗ੍ਰਾਮਰ ਦੀ ਬੋਲੀ ਵਿੱਚ ਪੜ੍ਹੇ ਲਿਖੇ ਜਿਹੜੇ ਹਨ ਉਹ ਜਾਣਦੇ ਨੇ, ਗ੍ਰਾਮਰ ਦੀ ਬੋਲੀ ਦੇ ਵਿੱਚ ਸੌਣਾ ਵੀ ਇੱਕ ਕਿਰਿਆ ਹੈ। ਜਦੋਂ ਲਿਖਾਂਗੇ ਤਾਂ ਉਹਨੂੰ ਅਸੀਂ ਵਰਬ ਦੇ ਵਿੱਚ ਰੱਖਾਂਗੇ ਵੀ ਇਹ ਵਰਬ ਹੈ। ਸੌਣਾ, ਬਹਿਣਾ, ਖਾਣਾ, ਪੀਣਾ। ਹਰ ਵੇਲੇ ਬੰਦਾ ਕੁਛ ਨਾ ਕੁਛ ਕਰ ਰਿਹਾ। ਇਸ ਵੇਲੇ ਆਪਾਂ ਗੁਰਦੁਆਰੇ ਬਹਿ ਕੇ ਕਥਾ ਸੁਣ ਰਹੇ ਹਾਂ, ਸੁਣਨਾ ਵੀ ਕਿਰਿਆ ਹੈ। ਆਖੋ ਸ੍ਰੀ ਵਾਹਿਗੁਰੂ। ਉਹ ਕਦੀ ਵੀ ਬੰਦਾ ਨਿਸ਼ਕਿਰਿਆ ਨਹੀਂ ਹੋ ਸਕਦਾ। ਬੱਚਾ ਜਨਮ ਲੈਂਦਾ, ਸਾਨੂੰ ਲੱਗਦਾ ਵੀ ਇਹ ਤਾਂ ਕੁਛ ਨਹੀਂ ਕਰ ਰਿਹਾ, ਪਰ ਬੱਚਾ ਵੀ ਖੇਡ ਰਿਹਾ ਹੁੰਦਾ। ਜੇ ਦੁੱਧ ਦੀ ਭੁੱਖ ਲੱਗਦੀ ਹੈ, ਰੋ ਰਿਹਾ ਹੁੰਦਾ, ਮਾਂ ਨੂੰ ਆਵਾਜ਼ ਦਿੰਦਾ ਵੀ ਦੁੱਧ ਪਿਆ ਮੈਨੂੰ ਆ ਕੇ। ਹਰ ਵੇਲੇ ਕਹਿੰਦੇ ਜਦੋਂ ਮੌਤ ਆਉਂਦੀ ਹੈ, ਮਰ ਰਿਹਾ ਹੁੰਦਾ, ਅਤੇ ਮਰਨਾ ਵੀ ਕਿਰਿਆ ਹੈ। ਆਖੋ ਸ੍ਰੀ ਵਾਹਿਗੁਰੂ।
ਨਿਸ਼ਕਿਰਿਆ ਕਦੀ ਨਹੀਂ ਹੁੰਦਾ। ਉਹ ਜਿਹੜੀ ਕਿਰਿਆ ਹੈ ਉਹ ਵਿਦਵਾਨ ਪੁਰਸ਼ਾਂ ਨੇ, ਮਹਾਂਪੁਰਸ਼ਾਂ ਨੇ 3 ਤਰ੍ਹਾਂ ਦੀ ਦੱਸੀ ਹੈ। ਕਰਮ 3 ਤਰ੍ਹਾਂ ਦੇ ਦੱਸੇ ਨੇ। ਇੱਕ ਕਰਮ ਉਹ ਨੇ ਜਿਹੜੇ ਕਿ ਪਿਛਲੇ ਜਨਮਾਂ ਦੇ ਸਾਡੇ ਜਮ੍ਹਾਂ ਪਏ ਨੇ। ਸੰਚਿਤ ਕਰਮ, ਕਿਰਿਆਮਾਨ ਕਰਮ ਅਤੇ ਪਰਾਲਬਧ ਕਰਮ। ਕਿਰਿਆਮਾਨ ਕਰਮ ਜਿਹੜੇ ਇਸ ਟਾਈਮ ਪ੍ਰੈਜ਼ੈਂਟ ਅਸੀਂ ਕਰ ਰਹੇ ਹਾਂ, ਵਰਤਮਾਨ ਸਮੇਂ 'ਚ ਕਰ ਰਹੇ ਹਾਂ, ਹੁਣ ਕਰ ਰਹੇ ਹਾਂ। ਇਸ ਟਾਈਮ ਆਪਾਂ ਕਥਾ ਸੁਣ ਰਹੇ ਹਾਂ, ਇਸ ਟਾਈਮ ਅਸੀਂ ਗੁਰਦੁਆਰੇ 'ਚ ਬੈਠੇ, ਇਹ ਸਾਡਾ ਇਸ ਟਾਈਮ ਦਾ ਕਰਮ ਹੈ, ਪ੍ਰੈਜ਼ੈਂਟ ਹੈ, ਵਰਤਮਾਨ 'ਚ। ਅਤੇ ਇਸ ਤੋਂ ਪਹਿਲਾਂ ਜਿਹੜਾ ਕੰਮ ਕੀਤਾ ਉਹ ਭੂਤ ਕਾਲ 'ਚ ਹੋ ਗਿਆ। ਪਹਿਲਾਂ ਆਪਾਂ ਲੰਗਰ ਛਕਿਆ, ਚਾਹ ਪਾਣੀ ਪੀਤਾ। ਇਸ ਤੋਂ ਬਾਅਦ ਅਸੀਂ ਉੱਠ ਕੇ ਘਰ ਜਾਣਾ, ਉਹ ਅੱਗੇ ਹੋਣਾ ਕਰਮ, ਉਹ ਭਵਿੱਖ ਵਿੱਚ ਹੋਣਾ। ਜਿਹੜੇ ਅਸੀਂ ਕਰਮ ਕਰ ਰਹੇ ਹਾਂ ਇਸ ਜਨਮ ਦੇ ਵਿੱਚ, ਇਸ ਲਾਈਫ ਦੇ ਵਿੱਚ ਜਨਮ ਲਿਆ ਸੀ, ਕਿਸੇ ਕੋਲ 20 ਸਾਲ, ਕਿਸੇ ਕੋਲ 30 ਸਾਲ, ਕਿਸੇ ਕੋਲ 50 ਸਾਲ, ਕਿਸੇ ਕੋਲ 100 ਸਾਲ ਦੀ ਉਮਰ ਹੈ। ਉਸ ਉਮਰ 'ਚ ਜਿਹੜੇ ਅਸੀਂ ਕੰਮ ਕਰ ਰਹੇ ਹਾਂ ਉਹ ਸਾਡੇ ਕਰਮ ਜਿਹੜੇ ਨੇ ਉਹ ਕਰਮ ਕਿਰਿਆਮਾਨ ਕਰਮ ਨੇ। ਪ੍ਰੈਜ਼ੈਂਟ ਜਨਮ ਦੇ ਵਿੱਚ, ਇਸ ਜਨਮ ਵਿੱਚ ਜਿਹੜੇ ਕੀਤੇ ਹਾਂ। ਜਦੋਂ ਅਸੀਂ ਕੰਮ ਕਰਦੇ ਹਾਂ, ਤੁਸੀਂ ਸਾਰੇ ਕੰਮ ਕਰਦੇ ਹੋ, ਪੈਸੇ ਮਿਲਦੇ, ਪੈਸੇ ਨਾਲ ਦੀ ਨਾਲ ਸਾਰੇ ਤਾਂ ਨਹੀਂ ਖਾ ਲੈਂਦੇ। ਜੇ ਮੰਨ ਲਓ ਆਪਾਂ ਦਿਹਾੜੀ ਕੀਤੀ ਹੈ, 100-150 ਯੂਰੋ ਕਮਾਇਆ ਹੈ, ਸਾਰਾ ਤਾਂ ਨਹੀਂ ਅੱਜ ਖਾ ਲਿਆ। ਉਹਨੂੰ ਜਮ੍ਹਾਂ ਕਰਦੇ ਹਾਂ, ਬੈਂਕ ਵਿੱਚ ਕਰਾਉਂਦੇ ਹਾਂ, ਘਰ 'ਚ ਰੱਖਦੇ ਹਾਂ। ਜਿਹੜੇ ਜਮ੍ਹਾਂ ਕਰਦੇ ਉਹਨੂੰ ਸੰਚਿਤ ਕਹਿੰਦੇ ਨੇ। ਸੰਚਿਤ ਮੈਨੇ ਜੋੜਨਾ, ਸੰਚਿਤ ਮੈਨੇ ਜਮ੍ਹਾਂ ਕਰਨਾ। ਜਿਹੜੇ ਕੰਮ ਅਸੀਂ ਕੀਤੇ ਹੈ ਉਹ ਜਮ੍ਹਾਂ ਹੋ ਚੁੱਕੇ ਹੈ। ਜਿਹੜੇ ਕਰ ਰਹੇ ਆ ਉਹ ਕਿਰਿਆਮਾਨ ਨੇ। ਔਰ ਕੁਝ ਪਰਾਲਬਧ ਨੇ। ਪਰਾਲਬਧ ਕੀ ਹੁੰਦੀ ਹੈ? ਪਿਛਲੇ ਮਹੀਨੇ ਆਪਾਂ ਕੰਮ ਕੀਤਾ ਸੀ, ਕੁਝ ਪੈਸੇ ਕਮਾਏ ਸੀ, ਪਿੱਛੋਂ ਸਾਨੂੰ ਲੋੜ ਪੈ ਗਈ, ਅਸੀਂ ਬੈਂਕ 'ਚੋਂ ਕਢਾ ਲਏ ਅਤੇ ਕਢਾ ਕੇ ਅਸੀਂ ਖਰਚ ਲਏ। ਅੱਜ ਅਸੀਂ ਖਰਚ ਵੀ ਰਹੇ ਹਾਂ, ਇਹ ਤਾਂ ਨਹੀਂ ਵੀ ਅਸੀਂ ਖਰਚ ਨਹੀਂ ਰਹੇ। ਅੱਜ ਰੋਟੀ ਖਾ ਰਹੇ ਹਾਂ, ਕੱਪੜਾ ਸਵਾ ਰਹੇ ਹਾਂ, ਗੱਡੀ ਵਰਤ ਰਹੇ ਹਾਂ, ਪੈਟਰੋਲ ਪਵਾ ਰਹੇ ਹਾਂ। ਜਿਹੜੇ ਅੱਜ ਕਮਾਏ ਨੇ ਉਹ ਕੱਲ੍ਹ ਖਾਵਾਂਗੇ, ਪਰ ਜਿਹੜੇ ਕੱਲ੍ਹ ਕਮਾਏ ਸੀ ਉਹ ਅੱਜ ਖਾ ਰਹੇ ਹਾਂ। ਜਿਹੜੇ ਪਿਛਲੇ ਜਨਮਾਂ 'ਚ ਅਸੀਂ ਕਰਮ ਕੀਤੇ ਸੀ, ਜਿਹੜੇ ਪਿਛਲੇ ਜਨਮਾਂ ਦੇ ਅਸੀਂ ਕਰਮ ਕੀਤੇ ਸੀ ਉਹ ਅਸੀਂ ਅੱਜ ਭੋਗ ਰਹੇ ਹਾਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਚੰਗੇ ਕੀਤੇ ਸੀ, ਸੁੱਖ ਭੋਗ ਰਹੇ ਹਾਂ। ਮਾੜੇ ਕੀਤੇ ਸੀ, ਦੁੱਖ ਭੋਗ ਰਹੇ ਹਾਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜੇ ਅਸੀਂ ਅੱਜ ਕਰ ਰਹੇ ਹਾਂ ਉਹਦਾ ਫਲ ਅਸੀਂ ਕੱਲ੍ਹ ਭੋਗਾਂਗੇ, ਆਉਣ ਵਾਲੇ ਜਨਮ 'ਚ ਭੋਗਾਂਗੇ। ਗੁਰੂ ਸਾਹਿਬ ਕਹਿੰਦੇ ਇਹ ਕਰਮ ਜਾਲ ਬੜਾ ਲੰਮਾ ਚੌੜਾ ਹੈ, ਇਹ ਮੁੱਕਦਾ ਨਹੀਂ। ਜਿਵੇਂ ਜਿਹੜੇ ਸਾਡੇ ਭਰਾ ਮੇਰੀ ਉਮਰ ਦੇ ਨੇ, ਪੰਜਾਬ 'ਚੋਂ ਆਏ, ਉਹਨੂੰ ਪਤਾ ਵਾਢੀ ਕਰਦੇ ਨਾ, ਵਾਢੀ ਕਰਦਿਆਂ ਅਤੇ ਜਿਹੜੇ ਕਣਕ ਦੇ ਦਾਣੇ ਜ਼ਿਆਦਾ ਹੀ ਪੱਕੇ ਹੁੰਦੇ ਨਾ ਉਹ ਉੱਥੇ ਹੀ ਝੜ ਜਾਂਦੇ ਕਈ ਵਾਰੀ। ਜਾਂ ਕਈ ਵਾਰੀ ਕੋਈ ਵੀ ਫਸਲ ਹੈ ਆਪਾਂ ਵੱਢਦੇ ਹਾਂ ਅਤੇ ਉਹਦਾ ਬੀਜ ਝੜ ਵੀ ਜਾਂਦਾ, ਉਹ ਫੇਰ ਉੱਗ ਪੈਂਦਾ ਅਗਲੇ ਸਾਲ। ਉਹ ਅਗਲੇ ਸਾਲ ਉਹ ਬੀਜ ਤਾਂ ਖਤਮ ਨਹੀਂ ਨਾ ਹੁੰਦਾ। ਬੀਜ ਤਾਂ ਆਪਾਂ ਰੱਖਦੇ ਵੀ ਹਾਂ ਸਾਂਭ ਕੇ, ਕਿਉਂ ਅਗਲੇ ਸਾਲ ਫਿਰ ਬੀਜਣਾ। ਬੀਜ ਖਤਮ ਹੋ ਜਾਏ ਤੇ ਅਗਲੇ ਸਾਲ ਫਸਲ ਹੋਣੀ ਕੋਈ ਨਾ, ਕਣਕ ਹੋਵੇ ਨਾ ਚਾਵਲ ਹੋਵੇ, ਕੁਛ ਵੀ ਨਹੀਂ ਹੋਣਾ। ਜੋ ਅਸੀਂ ਕਰਦੇ ਹਾਂ ਅਗਲੇ ਲਈ, ਪਿਛਲਾ ਵੱਢਦੇ ਹਾਂ ਤੇ ਅਗਲੇ ਲਈ ਕਰ ਲੈਂਦੇ ਹਾਂ, ਹੋ ਜਾਂਦਾ, ਨੇਚਰਲੀ ਹੋ ਜਾਂਦਾ, ਨੇਚਰਲੀ ਕਰ ਜਾਂਦੇ ਆ। ਅਸੀਂ ਇਹ ਨਹੀਂ ਕਹਿ ਸਕਦੇ ਮੈਂ ਕਰਮ ਨਹੀਂ ਕਰਾਂਗਾ, ਕਰਮ ਛੱਡਿਆ ਨਹੀਂ ਜਾਂਦਾ। ਉਹ ਐਸਾ ਕਰਮ ਦਾ ਜਾਲ ਹੈ ਜਿਹਦੇ ਵਿੱਚੋਂ ਨਿਕਲ ਨਹੀਂ ਸਕਦਾ ਬੰਦਾ। ਕਰਮ ਦੇ ਜਾਲ ਵਿੱਚੋਂ ਦਸਵੇਂ ਪਾਤਸ਼ਾਹ ਕਹਿੰਦੇ ਸਾਤੋਂ ਆਕਾਸ਼ ਸਾਤੋਂ ਪਤਾਰ ਅਦ੍ਰਿਸ਼ਟ ਜੇ ਕਰਮ ਜਾਲ। ਬਿਥਰਿਓ ਅਦ੍ਰਿਸ਼ਟ ਦਿਸਦਾ ਨਹੀਂ, ਕਰਮਾਂ ਦਾ ਜਾਲ ਐਸਾ ਹੈ। ਪੰਜਵੇਂ ਪਾਤਸ਼ਾਹ ਕਹਿੰਦੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਹੇ ਵਾਹਿਗੁਰੂ, ਅਸੀਂ ਆਪਣੇ ਹੀ ਕਰਮਾਂ ਦੇ ਕੀਤੇ ਹੋਏ ਤੇਰੇ ਤੋਂ ਵਿਛੜੇ ਹੋਏ ਹਾਂ। ਅੱਜ ਸਮਾਂ ਹੈ ਕਿ ਇਹ ਪ੍ਰਮਾਤਮਾ ਸਾਨੂੰ ਇਸੇ ਜਨਮ ਵਿੱਚ ਮਿਲ ਲੈ।
ਜੇ ਕਦੇ ਇਸ ਜਨਮ ਵਿੱਚ ਨਾ ਮਿਲ ਸਕੇ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਨਾ ਸਾਂਭੀ ਗਈ, ਤਾਂ ਫਿਰ ਪਤਾ ਨਹੀਂ ਕਿੰਨੇ ਜਨਮ ਲੱਗਣਗੇ। ਸਾਹਿਬ ਕਹਿੰਦੇ ਆ ਵੀ ਜਮ ਜਮ ਮਰੈ, ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ, ਬੜੀ ਲੰਮੀ ਸਜ਼ਾ ਇਹ ਜੀਵ ਭੋਗਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਆ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਜਿਨ੍ਹਾਂ ਨੇ ਸਾਡੇ ਤੇ ਬਹੁਤ ਵੱਡਾ ਉਪਕਾਰ ਕੀਤਾ। ਆ ਜੋ ਸਾਨੂੰ ਬਾਣੀ ਦਾ ਖਜ਼ਾਨਾ ਦਿੱਤਾ ਗੁਰੂ ਗ੍ਰੰਥ ਸਾਹਿਬ, ਜੇ ਇਹ ਕਿਤੇ ਸਾਡੇ ਕੋਲ ਨਾ ਹੁੰਦਾ ਤੇ ਅਸੀਂ ਭਟਕ ਜਾਣਾ ਸੀ। ਵੈਸੇ ਤਾਂ ਮਾਫ ਕਰਨਾ, ਅੱਜ ਸਿੱਖਾਂ ਨੇ ਸਿਰਫ ਦਰਸ਼ਨ ਕਰਨ ਵਾਸਤੇ ਰੱਖੇ ਹੋਏ ਨੇ। ਮਹਾਰਾਜ ਆਏ, ਮੱਥਾ ਟੇਕ ਕੇ ਚਲੇ ਗਏ, ਪਰ ਥੋੜ੍ਹਾ ਜਿਹਾ ਜੇ ਇਹਨੂੰ ਬਾਣੀ ਨੂੰ ਵਿਚਾਰੋਗੇ, ਇਹਨੂੰ ਪੜ੍ਹੋਗੇ, ਇਹਦੇ ਵਿੱਚ ਖੁੱਭੋਗੇ, ਫਿਰ ਸਾਨੂੰ ਪਤਾ ਲੱਗੇਗਾ ਵੀ ਤੂੰ ਦੁਨੀਆ 'ਤੇ ਆਇਆ ਕਿਉਂ ਹੈ, ਤੂੰ ਕਿੱਥੋਂ ਆਇਆ, ਕਿੱਥੇ ਜਾਣਾ, ਕਹਾਂ 'ਤੇ ਆਵੈ ਕਹਾਂ ਇਹ ਜਾਵੈ। ਇਹ ਆਤਮਾ ਕਿੱਥੋਂ ਆਉਂਦੀ ਹੈ, ਕਿੱਥੇ ਜਾਂਦੀ ਹੈ। ਕਹਾਂ 'ਤੇ ਆਵੈ ਕਹਾਂ ਇਹ ਜਾਵੈ, ਕਹਾਂ ਇਹ ਰਹਿ ਸਮਾਈ। ਇਹ ਸ਼ਬਦ ਕੋ ਜੋ ਅਰਥਾਵੈ, ਤਿਸ ਗੁਰ ਤਿਲ ਨਾ ਤਮਾਈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਉਂ ਇਕੱਠਾ ਕੀਤਾ ਸੀ ਇਹ ਖਜ਼ਾਨਾ ਭਲਾ? ਇੱਕ ਵਾਰੀ ਗੁਰੂ ਅਰਜਨ ਦੇਵ ਜੀ ਲਾਹੌਰ ਗਏ ਸਨ, ਤੇ ਲਾਹੌਰ ਸੋਢੀਆਂ ਦੇ ਪਰਿਵਾਰ ਸਨ। ਗੁਰੂ ਅਰਜਨ ਦੇਵ ਦੇ ਚਾਚੇ ਤਾਏ ਸ਼ਰੀਕਾ ਭਾਈਚਾਰਾ ਬਹੁਤ ਸੀਗਾ। ਉੱਥੇ ਕਿਸੇ ਦਾ ਭੋਗ ਸੀ, ਜਿਵੇਂ ਕੋਈ ਚੜ੍ਹਾਈ ਕਰ ਜਾਵੇ ਨਾ, ਤੇ ਆਪਾਂ ਅੰਤਮ ਅਰਦਾਸ ਕਰਦੇ ਹਾਂ, ਭੋਗ ਪਵਾਉਂਦੇ ਹਾਂ, ਕੀਰਤਨ ਕਰਦੇ ਹਾਂ। ਕਿਸੇ ਰਿਸ਼ਤੇਦਾਰ ਦਾ ਭੋਗ ਸੀ, ਗੁਰੂ ਅਰਜਨ ਦੇਵ ਜੀ ਉੱਥੇ ਭੋਗ 'ਤੇ ਗਏ ਸਨ, ਤੇ ਕੀਰਤਨ ਕਰਨ ਵਾਲੇ ਕੀਰਤਨ ਕਰ ਰਹੇ ਸਨ। ਕੀਰਤਨੀਆਂ ਨੇ ਸ਼ਬਦ ਪੜ੍ਹਿਆ। ਸ਼ਬਦ ਸੁਣ ਕੇ ਗੁਰੂ ਅਰਜਨ ਦੇਵ ਜੀ ਭਾਈ ਗੁਰਦਾਸ ਜੀ ਨੂੰ ਕੋਲ ਬੈਠੇ ਕਹਿੰਦੇ, ਭਾਈ ਸਾਹਿਬ, ਇਹ ਸ਼ਬਦ ਨਾ ਤਾਂ ਗੁਰੂ ਨਾਨਕ ਦੇਵ ਜੀ ਦਾ ਹੈ, ਤੇ ਨਾ ਹੀ ਗੁਰੂ ਅੰਗਦ ਦੇਵ ਜੀ ਦਾ ਹੈ, ਤੇ ਨਾ ਇਹ ਸ਼ਬਦ ਗੁਰੂ ਅਮਰਦਾਸ ਜੀ ਦਾ, ਨਾ ਹੀ ਪਿਤਾ ਗੁਰੂ ਰਾਮਦਾਸ ਜੀ ਦਾ, ਤੇ ਨਾ ਸਾਡਾ। ਪਰ ਇਹਦੇ ਵਿੱਚ ਨਾਨਕ ਸ਼ਬਦ ਆਇਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਦੇ ਵਿੱਚ ਨਾਨਕ ਪਦ ਆਇਆ। ਇਹਦਾ ਮਤਲਬ ਕੋਈ ਹੋਰ ਮੀਣੇ ਬਾਬਾ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਦਾ ਵੱਡਾ ਭਰਾ ਸੀ। ਗੁਰੂ ਅਰਜਨ ਦੇਵ ਜੀ ਨਾਲ ਇਸ ਕਰਕੇ ਈਰਖਾ ਕਰਦਾ ਸੀ ਵੀ ਗੁਰੂ ਮੈਂ ਬਣਨਾ ਸੀ, ਇਹ ਕਿਉਂ ਬਣ ਗਏ। ਸਾਰੀ ਉਮਰ ਗੁਰੂ ਅਰਜਨ ਦੇਵ ਜੀ ਦੀ ਵਿਰੋਧਤਾ ਕਰਦਾ ਰਿਹਾ। ਗੁਰੂ ਅਰਜਨ ਦੇਵ ਜੀ ਨੂੰ ਜਾਣ ਤੋਂ ਮਰਵਾਉਣ ਤੱਕ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ। ਸਵਾਰਥੀ ਸੀ। ਉਹਦਾ ਪੁੱਤਰ ਮਿਹਰਬਾਨ, ਉਹ ਕਵੀਸ਼ਰੀ ਕਰਦਾ ਸੀ, ਕਵੀ ਸੀ। ਉਹ ਬਾਣੀ ਆਪਣੀ ਬਣਾ ਕੇ ਵਿੱਚ ਨਾਨਕ ਪਾ ਦਿੰਦਾ ਸੀ। ਉਹਦਾ ਸ਼ਬਦ ਸੀ। ਸ੍ਰੀ ਗੁਰੂ ਅਰਜਨ ਦੇਵ ਕਹਿੰਦੇ, ਭਾਈ ਗੁਰਦਾਸ ਜੀ, ਪੰਜਾਂ ਹੀ ਪਾਤਸ਼ਾਹੀਆਂ ਦਾ ਸ਼ਬਦ ਨਹੀਂ ਆਏ, ਪਰ ਇਹ 'ਚ ਨਾਨਕ ਪਾਇਆ ਹੋਇਆ। ਇੱਦਾਂ ਲੋਕ ਨਕਲੀ ਬਾਣੀ ਬਣਾਉਣਗੇ, ਕੱਚੀ ਬਾਣੀ ਬਣਾਉਣਗੇ, ਤੇ ਲੋਕਾਂ 'ਚ ਗਾਈ ਜਾਣਗੇ, ਤੇ ਸੰਗਤਾਂ ਭੁਲੇਖਾ ਪੈ ਜਾਏਗਾ ਵੀ ਗੁਰੂ ਨਾਨਕ ਦੀ ਬਾਣੀ ਹੈ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ, ਸੁਣਦੇ ਕੱਚੇ, ਕੱਚੀ ਆਖ ਵਖਾਣੀ। ਗੁਰੂ ਦੀ ਬਾਣੀ ਤੇ ਕੱਚੀ ਬਾਣੀ ਰਲ ਗੱਡ ਹੋ ਜਾਏਗੀ। ਭੋਲੇ ਸਿੱਖਾਂ ਨੂੰ ਕੀ ਪਤਾ, ਜਿਹਨੇ ਬਾਣੀ ਪੜ੍ਹੀ ਹੋਵੇ ਨਾ। ਅੱਜ ਵੀ ਸਾਡੇ 'ਚ ਸਮੱਸਿਆ ਹੈ ਕਿ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ 150 ਵਾਰੀ ਨਹੀਂ ਨਾ ਪੜ੍ਹਿਆ, ਇੱਕ ਵਾਰੀ ਵੀ ਨਹੀਂ ਯਾਦ ਰਹਿੰਦੀ ਬਾਣੀ ਪੜ੍ਹ ਕੇ, ਮਾਫ ਕਰਨਾ। 10, 20, 50, 100 ਵਾਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋ, ਫਿਰ ਬਾਣੀ ਦਾ ਪਤਾ ਵੀ ਆਹ ਸ਼ਬਦ ਫਲਾਣੇ ਅੰਗ 'ਤੇ ਹੈ, ਇਹ ਫਲਾਣੇ ਰਾਗ ਵਿੱਚ ਹੈ, ਇਹ ਫਲਾਣੇ ਸਤਿਗੁਰੂ ਪਾਤਸ਼ਾਹ ਦਾ ਹੈ, ਇਹ ਭਗਤਾਂ ਦਾ ਹੈ, ਇਹ ਭੱਟਾਂ ਦਾ ਹੈ। ਤਾਂ ਹੀ ਪਤਾ ਲੱਗੇਗਾ। ਜੇ ਪ੍ਰੈਕਟਿਸ ਅਭਿਆਸ ਜ਼ਿਆਦਾ ਕਰਾਂਗੇ, ਜੇ ਅਭਿਆਸ ਨਹੀਂ ਕੀਤਾ, ਜੋ ਮਰਜ਼ੀ ਕੋਈ ਆ ਕੇ ਕਹਿ ਦੇਵੇ ਤੇ ਆਪਾਂ ਉਹੀ ਮੰਨੀ ਜਾਂਦੇ ਹਾਂ। ਅੱਜ ਸਾਡੇ ਸਿੱਖਾਂ ਦੇ ਵਿੱਚ ਜਿੰਨੀ ਭੁਲੇਖੇ ਪਾਏ ਜਾ ਰਹੇ ਨੇ, ਉਹਦਾ ਇੱਕੋ ਹੀ ਕਾਰਨ ਹੈ ਭੁਲੇਖੇ ਦਾ, ਵੀ ਅਸੀਂ ਬਾਣੀ ਨਹੀਂ ਪੜ੍ਹਦੇ। ਜਿਹੜਾ ਜੋ ਆ ਕੇ ਕਹਿੰਦਾ, ਉਹਦੀ ਮਤ ਨੂੰ ਅਸੀਂ ਗੁਰਮਤ ਮੰਨ ਲੈਂਦੇ। ਅੱਜ ਕੱਲ੍ਹ ਤਾਂ ਫੇਸਬੁੱਕ ਦੀ ਗੁਰਮਤ ਬੜੀ ਚੱਲਦੀ ਹੈ।
ਕਿਸੇ ਜਿਹੜਾ ਵੀ ਉੱਠੇਗਾ ਪੁੱਠੇ ਟੇਢੇ ਸਵਾਲ ਕਰੇਗਾ, ਉਹਨੂੰ ਪੁੱਛੀਏ ਵੀ ਭਾਈ ਗੁਰਮੁਖਾ ਤੂੰ ਕਿੱਥੋਂ ਪੜ੍ਹਿਆ? ਆਖੇ ਮੈਂ ਤਾਂ ਫੇਸਬੁੱਕ ਤੋਂ ਪੜ੍ਹਿਆ ਸੀ। ਇਹ ਫੇਸਬੁੱਕ ਦੀ ਪੋਥੀ ਬੜੀ ਕਮਾਲ ਦੀ ਹੈ। ਪੁੱਠੇ ਟੇਢੇ ਵਿੰਗੇ ਸਵਾਲ, ਸਿਰ ਪੈਰ ਕੋਈ ਹੈ ਨਹੀਂ, ਉਹ ਕੱਢ ਕੇ ਫਿਰ ਰੱਖਣੇ। ਸਤਿਕਾਰਯੋਗ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੂੰ ਇੱਕ ਬੰਦਾ ਕਹਿੰਦਾ ਜੀ ਮੇਰੇ ਨਾਲ ਗੱਲ ਕਰੋ। ਕਹਿੰਦੇ ਜੀ ਕੀ ਗੱਲ ਕਰੀਏ ਕਾਕਾ ਤੇਰੇ ਨਾਲ? ਕਹਿੰਦਾ ਮੈਂ PhD ਕੀਤੀ ਇੰਜੀਨੀਅਰਿੰਗ ਵਿੱਚ। ਉਹ ਕਹਿੰਦੇ ਅਸੀਂ ਨਹੀਂ ਕੀਤੀ PhD ਇੰਜੀਨੀਅਰਿੰਗ ਵਿੱਚ, ਅਸੀਂ ਨਹੀਂ ਕੀਤੀ। ਉਹ ਫਿਰ ਨਾ ਸਮਝਿਆ, ਮੇਰੇ ਨਾਲ ਗੱਲ ਕਰੋ। ਕਹਿੰਦੇ ਕਾਕਾ ਜੇ ਤੈਨੂੰ ਕਹਿਤਾ ਅਸੀਂ ਨਹੀਂ PhD ਕੀਤੀ। ਗਿਆਨੀ ਜੀ ਕਹਿਣਾ ਚਾਹੁੰਦੇ ਸੀ ਵੀ ਕਾਕਾ ਜਿਹੜੀ ਪੜ੍ਹਾਈ ਤੂੰ ਪੜ੍ਹਿਆ ਉਹ ਅਸੀਂ ਨਹੀਂ ਪੜ੍ਹੇ, ਪਰ ਜਿਹੜੀ ਅਸੀਂ ਪੜ੍ਹੇ ਹਾਂ ਉਹ ਤੂੰ ਵੀ ਨਹੀਂ ਪੜ੍ਹਿਆ। ਫਰਕ ਹੈ ਨਾ। ਆਪਣੇ ਆਪਣੇ ਕੰਮ ਦਾ ਹਰ ਕੋਈ ਮਾਸਟਰ ਹੁੰਦਾ ਹੈ। ਖਾਲਸਾ ਜੀ ਭੁਲੇਖੇ ਉਦੋਂ ਪੈਂਦੇ ਆ ਜਦੋਂ ਅਸੀਂ ਬਾਣੀ ਨਹੀਂ ਪੜ੍ਹਦੇ। ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ ਆਪਣੀ ਬਾਣੀ ਵਿੱਚ। ਉਹ ਕਹਿੰਦੇ ਜੈਸੇ ਅਨੁਚਰ ਨਰਪਤ ਕੀ ਪਛਾਨੈ ਭਾਖਾ। ਨੌਕਰ ਕੌਣ ਹੈ? ਜਿਹੜਾ ਰਾਜੇ ਦਾ ਇਸ਼ਾਰਾ ਸਮਝੇ। ਨਰਪਤ ਮੈਨੇ ਰਾਜਾ, ਅਨੁਚਰ ਮੈਨੇ ਨੌਕਰ। ਰਾਜਾ ਇਸ਼ਾਰੇ ਨਾਲ ਚੀਜ਼ ਮੰਗੇ ਤੇ ਨੌਕਰ ਹਾਜ਼ਰ ਕਰ ਦੇਵੇ ਉਹਨੂੰ। ਪਹਿਲੇ ਰਾਜੇ ਖਾਨਦਾਨੀ ਹੁੰਦੇ ਸੀ ਤੇ ਨੌਕਰ ਵੀ ਖਾਨਦਾਨੀ ਹੁੰਦੇ ਸੀ। ਉਹ ਕਿਉਂ ਹੁੰਦੇ ਸੀ? ਵੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਇਹਨਾਂ ਦੀਆਂ ਲੋੜਾਂ ਕਿੱਦਾਂ ਦੀਆਂ ਨੇ, ਇਹਨਾਂ ਦੇ ਬਿਹੇਵੀਅਰ ਕਿੱਦਾਂ ਦਾ, ਇਹਨਾਂ ਦਾ ਰਹਿਣ ਸਹਿਣ ਕਿੱਦਾਂ ਦਾ, ਇਹਨਾਂ ਦਾ ਖਾਣ ਪੀਣ, ਉਹਦੀ ਆਦਤਾਂ ਤੋਂ ਭੇਤੀ ਹੁੰਦੇ ਸੀ ਉਹ। ਕਹਿੰਦੇ ਅਕਬਰ ਨੇ ਇੱਕ ਵਾਰੀ ਸਵੇਰੇ ਉੱਠਦਿਆਂ ਸਾਰ ਆਖਿਆ ਬੁਲਾਓ। ਅਕਬਰ ਕਹਿੰਦਾ ਬੁਲਾਓ। ਉਹ ਜਿਹੜੇ ਬੁਲਾਉਣ ਵਾਲੇ ਨੌਕਰ ਸੀ ਵਿਚਾਰੇ, ਉਹ ਸੋਚਾਂ 'ਚ ਪੈ ਗਏ ਵੀ ਕਿਹਨੂੰ ਬੁਲਾਈਏ। ਫਿਰ ਉਹ ਗਏ ਬੀਰਬਲ ਕੋਲ। ਕਹਿੰਦੇ ਬੀਰਬਲ ਜੀ ਅੱਜ ਬਾਦਸ਼ਾਹ ਸਲਾਮਤ ਉੱਠਦਿਆਂ ਸਾਰ ਕਹਿੰਦੇ ਨੇ ਬੁਲਾਓ, ਕਿਹਨੂੰ ਬੁਲਾਈਏ? ਉਹ ਕਹਿੰਦੇ ਬਾਦਸ਼ਾਹ ਕਰਨ ਕੀ ਲੱਗਾ? ਕਹਿੰਦੇ ਨਹਾਉਣ ਦੀ ਤਿਆਰੀ। ਕਹਿੰਦੇ ਫਿਰ ਨਾਈ ਨੂੰ ਬੁਲਾਓ, ਕਿਉਂਕਿ ਪਹਿਲਾਂ ਹਜਾਮਤ ਕਰੇਗਾ, ਮਾਲਿਸ਼ ਮੁਲਿਸ਼ ਕਰਾਏਗਾ, ਫਿਰ ਨਹਾਏਗਾ। ਸਿੱਧੀ ਜੀ ਗੱਲ ਹੈ। ਜੈਸੇ ਅਨੁਚਰ ਨਰਪਤ ਕੀ ਪਛਾਨੈ ਭਾਖਾ। ਭਾਈ ਗੁਰਦਾਸ ਜੀ ਦੇ ਕਵਿਤ ਸਵਈਏ। ਨੌਕਰ ਉਹ ਹੈ ਜਿਹੜਾ ਰਾਜੇ ਦਾ ਇਸ਼ਾਰਾ ਸਮਝੇ। ਸਿੱਖ ਉਹ ਹੈ, ਭਾਈ ਗੁਰਦਾਸ ਜੀ ਕਹਿੰਦੇ ਸਿੱਖ ਉਹ ਹੈ ਜਿਹੜਾ ਗੁਰੂ ਦੀ ਬਾਣੀ ਨੂੰ ਪਛਾਣੇ ਵੀ ਬਾਣੀ ਕੀ ਹੈ ਤੇ ਕੱਚੀ ਬਾਣੀ ਕੀ ਹੈ। ਜਿਹਨੂੰ ਕੱਚੀ ਬਾਣੀ ਤੇ ਸੱਚੀ ਬਾਣੀ ਦਾ ਦੁੱਧ ਤੇ ਪਾਣੀ ਵੱਖਰਾ ਵੱਖਰਾ ਕਰਨਾ ਨਹੀਂ ਆਇਆ, ਉਹ ਸਿੱਖ ਨਹੀਂ ਹੈ। ਜਿਹਨੂੰ ਇਹ ਪਤਾ ਹੀ ਨਹੀਂ। ਸਾਡੇ ਕੋਲ ਇੱਕ ਸਿੰਘ ਆਇਆ, ਕਹਿੰਦਾ ਜੀ ਆਹ ਦਸਮ ਦੇ ਵਿੱਚ ਆਹ ਲਿਖਿਆ, ਦਸਮ ਦੇ ਵਿੱਚ ਆਹ ਲਿਖਿਆ, ਦਸਮ ਦੇ ਵਿੱਚ ਆਹ ਲਿਖਿਆ। ਮੈਂ ਕਿਹਾ ਮੈਂ ਇੱਕ ਸਵਈਆ ਬੋਲਦਾ, ਤੂੰ ਦੱਸ ਕਿੱਥੇ ਲਿਖਿਆ? ਮੈਂ ਕਿਹਾ ਤੂੰ ਪੜ੍ਹਿਆ? ਕਹਿੰਦਾ ਹਾਂਜੀ ਸਾਰਾ ਪੜ੍ਹਿਆ। ਪੜ੍ਹਿਆ ਤਾਂ ਹੁੰਦਾ ਨਹੀਂ, 2 ਅੱਖਰ ਪੜ੍ਹੇ ਹੁੰਦੇ ਆ। ਜਦੋਂ ਮੈਂ ਸਵਈਆ ਬੋਲਿਆ ਤੇ ਕਹਿੰਦਾ ਹਾਂਜੀ ਵਿੱਚੇ ਹੀ ਲਿਖਿਆ। ਮੈਂ ਕਿਹਾ ਮੈਂ ਦਿਲ ਤਾਂ ਕਰਦਾ ਵੀ 2 ਛੱਡਾਂ ਤੇਰੇ ਮੂੰਹ ਤੇ, ਇਹ ਤੇ ਦਸਮ 'ਚ ਲਿਖਿਆ ਹੀ ਨਹੀਂ। ਮੈਂ ਤਾਂ ਕੋਲੋਂ ਹੀ ਬੋਲਿਆ। ਇਹ ਤਾਂ ਮੇਰਾ ਸਵਈਆ ਹੈ ਤੇ ਉਹ ਦਸਮ ਦਾ ਨਹੀਂ ਹੈ, ਪਰ ਤੂੰ ਕਹਿੰਦਾ ਉੱਥੇ ਲਿਖਿਆ। ਕਿਉਂ ਪੜ੍ਹਿਆ ਨਹੀਂ ਨਾ? ਐਵੇਂ ਹੀ ਸੁਣੀਆਂ ਸੁਣਾਈਆਂ ਗੱਲਾਂ ਖਾਲਸਾ ਜੀ ਕਦੀ ਨਹੀਂ ਕਰੀਦੀਆਂ ਹੁੰਦੀਆਂ। ਜਿੰਨਾ ਚਿਰ ਕਿਸੇ ਚੀਜ਼ ਦੀ ਗਹਿਰਾਈ ਨਾਲ ਸਟੱਡੀ ਨਹੀਂ ਕਰਦੇ ਉਹਨਾਂ ਚਿਰ ਉਹਦੇ ਉੱਤੇ ਕੋਈ ਟਿੱਪਣੀ ਨਾ ਕਰੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਕੀ ਹੈ ਤੇ ਕੱਚਿਆਂ ਦੀ ਕੱਚ ਬਾਣੀ ਕੀ ਹੈ? ਗੁਰੂ ਅਰਜਨ ਦੇਵ ਕਹਿੰਦੇ ਭਾਈ ਗੁਰਦਾਸ ਜੀ ਇਹ ਤਾਂ ਫਿਰ ਬਾਣੀ 'ਚ ਰਲਾ ਕਰ ਦੇਣਗੇ, ਇਹ ਮਿਲਾਵਟ ਕਰ ਦੇਣਗੇ। ਮੀਣੇ ਪਾਉਂਦੇ ਨਹੀਂ ਰਲਾ ਬਾਣੀ ਗੁਰਾਂ ਦੀ ਜੁਦਾ ਕਰ ਧਰੀਏ। ਜੁਦਾ ਮੈਨੇ ਵੱਖਰੀ ਕਰ ਲਈਏ, ਨਿਰਾਲੀ ਕਰ ਲਈਏ। ਫਿਰ ਹੁਕਮਨਾਮਾ ਜਾਰੀ ਕੀਤਾ, ਜਿੱਥੇ ਜਿੱਥੇ ਗੁਰੂ ਦੀ ਬਾਣੀ ਹੈ, ਸ਼ਬਦ ਹਨ, ਪੋਥੀਆਂ ਹਨ, ਉਹ ਸ੍ਰੀ ਅੰਮ੍ਰਿਤਸਰ ਲੈ ਕੇ ਆਓ। ਥਾਂ ਥਾਂ ਤੋਂ ਪੋਥੀਆਂ ਮੰਗਾਈਆਂ। ਸਿੰਗਲਾ ਦੀਪ ਦੇ ਵਿੱਚ, ਸ੍ਰੀ ਲੰਕਾ ਵੱਲ ਸਿੰਗਲਾ ਦੀਪ ਵਿੱਚ ਰਾਜੇ ਸ਼ਿਵਨਾਭ ਨੂੰ 113 ਅਧਿਆਏ ਦੀ ਪੋਥੀ ਗੁਰੂ ਨਾਨਕ ਦੇਵ ਜੀ ਦੇ ਕੇ ਆਏ ਸਨ। ਉਹਦਾ ਨਾਮ ਹੈ ਪ੍ਰਾਣ ਸੰਗਲੀ। ਮਹਾਰਾਜ ਕਹਿ ਕੇ ਗਏ ਸਨ ਕਿ ਰਾਜਾ ਸ਼ਿਵਨਾਭ 5ਵੇਂ ਜਾਮੇ 'ਚ ਆਪਣਾ ਸਿੱਖ ਭੇਜਾਂਗੇ, ਤੇਰੇ ਘਰੋਂ ਪੋਥੀ ਲੈ ਕੇ ਜਾਵੇਗਾ। ਰਾਜਾ ਸ਼ਿਵਨਾਭ ਨੇ ਵੀ ਸਾਂਭ ਕੇ ਰੱਖੀ, ਉਹਦੇ ਪੁੱਤਰ ਨੇ ਸਾਂਭ ਕੇ ਰੱਖੀ। ਉਹਦੇ ਪੋਤੇ ਕੋਲੋਂ ਭਾਈ ਪੈੜਾ ਜਾ ਕੇ ਪੋਥੀ ਲੈ ਕੇ ਆਇਆ ਸੀ ਸਿੰਗਲਾ ਦੀਪ ਤੋਂ। ਕਿੱਥੇ? ਸਮੁੰਦਰ ਦੇ ਵਿੱਚ 400 ਮੀਲ ਸਮੁੰਦਰ ਜਹਾਜ਼ ਵਿੱਚ ਜਾਣਾ ਪੈਂਦਾ ਸੀ। ਉੱਥੋਂ ਪੋਥੀ ਲਿਆਂਦੀ। ਜਿੱਥੇ ਜਿੱਥੇ ਗੁਰਬਾਣੀ ਦੀਆਂ ਪੋਥੀਆਂ ਸਨ, ਗੁਰੂ ਨਾਨਕ ਸਾਹਿਬ ਦੀ ਬਾਣੀ ਸੀ, ਗੁਰੂ ਅੰਗਦ ਦੇਵ ਜੀ ਦੀ, ਗੁਰੂ ਅਮਰਦਾਸ ਜੀ ਦੀ,
ਇਹ ਸਾਰੀ ਬਾਣੀ ਪਹਿਲਾਂ ਤੀਸਰੇ ਪਾਤਸ਼ਾਹ ਨੇ ਇਕੱਠੀ ਕਰਵਾਈ ਸੀ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਪੋਤਰੇ ਬਾਬਾ ਸੰਸਰਾਮ ਜੀ ਸਨ। ਸੰਸਰਾਮ ਜੀ ਬੜੇ ਸੋਹਣੇ ਲਿਖਾਰੀ ਸਨ। ਗੁਰੂ ਅਮਰਦਾਸ ਜੀ ਨੇ ਆਖਿਆ, ਪੁੱਤਰ ਸੰਸਰਾਮ, ਤੁਹਾਡੀ ਗੁਰੂ ਨਾਨਕ ਦੀ ਕਿਰਪਾ ਨਾਲ ਲਿਖਾਈ ਬੜੀ ਵਧੀਆ ਹੈ, ਗੁਰੂਆਂ ਦੀ ਬਾਣੀ ਇਕੱਠੀ ਕਰੀਏ। ਪਹਿਲਾਂ ਭਾਈ ਸੰਸਰਾਮ ਨੇ, ਬਾਬੇ ਸੰਸਰਾਮ ਨੇ ਇਹ ਪੋਥੀਆਂ ਤਿਆਰ ਕੀਤੀਆਂ, ਜਿਹਨੂੰ ਸ੍ਰੀ ਗੋਇੰਦਵਾਲ ਸਾਹਿਬ ਵਾਲੀਆਂ ਪੋਥੀਆਂ ਕਹਿੰਦੇ। ਇਹ ਬਾਬਾ ਜੀ, ਬਾਬਾ ਮੋਹਨ ਜੀ ਦੇ ਕੋਲ ਸਨ। ਬਾਬਾ ਮੋਹਨ ਜੀ ਦੇ ਕੋਲੋਂ ਇਹ ਪੋਥੀਆਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਮੰਗਵਾਉਣੀਆਂ ਸਨ। ਇਹ ਪਰਉਪਕਾਰ ਸਾਡੇ ਤੇ ਕਰਨਾ ਸੀ। ਜੋ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਦਰਸ਼ਨ ਹੋ ਰਹੇ ਨੇ, ਇਹ ਗੁਰੂ ਅਰਜਨ ਦੇਵ ਜੀ ਦਾ ਉਪਕਾਰ ਹੈ, ਇਹ ਉਹਨਾਂ ਦੀ ਕਿਰਪਾ ਹੈ। ਮਹਾਰਾਜ ਨੇ ਸੰਗਤ ਸਜੀ ਹੋਈ ਸੀ, ਦੀਵਾਨ ਲੱਗਾ ਹੋਇਆ ਸੀ, ਬਚਨ ਕੀਤਾ, ਭਾਈ ਗੁਰੂ ਕੇ ਸਿੱਖੋ, ਬਾਬੇ ਮੋਹਨ ਜੀ ਕੋਲ, ਸਾਡੇ ਮਾਮੇ ਕੋਲ ਪੋਥੀਆਂ ਹਨ। ਬਾਬਾ ਮੋਹਨ ਜੀ ਗੁਰੂ ਅਮਰਦਾਸ ਜੀ ਦੇ ਵੱਡੇ ਸਾਹਿਬਜ਼ਾਦੇ ਸਨ ਤੇ ਬਾਬਾ ਸੰਸਰਾਮ ਜੀ ਮੋਹਨ ਜੀ ਦੇ ਪੁੱਤਰ ਸਨ, ਗੁਰੂ ਅਮਰਦਾਸ ਦੇ ਪੋਤਰੇ। ਉਹਨਾਂ ਦੀਆਂ ਲਿਖੀਆਂ ਪੋਥੀਆਂ ਬਾਬੇ ਮੋਹਨ ਨੇ ਆਪਣੇ ਪੁੱਤਰ ਦੇ ਹੱਥ ਦੀਆਂ ਲਿਖੀਆਂ ਹੋਈਆਂ ਪੋਥੀਆਂ, ਜਿਹਦੇ 'ਚ 4 ਗੁਰੂ ਸਾਹਿਬਾਂ ਦੀ ਬਾਣੀ ਸੀ, ਉਹ ਚੁਬਾਰਾ ਸਾਹਿਬ 'ਚ ਸਾਂਭ ਕੇ ਰੱਖੀਆਂ ਹੋਈਆਂ ਸਨ। ਅੱਜ ਕੱਲ੍ਹ ਕੋਈ ਸ਼ੰਕਾ ਕਰਦੇ ਨਾ, ਅਖੇ ਜੀ ਗੁਰੂ ਅਰਜਨ ਦੇਵ ਨੇ ਬਾਣੀ ਕਿੱਥੋਂ ਲਿਆਂਦੀ ਹੈ? ਇਹ ਬਾਣੀ ਦਾ ਸਾਰਾ ਇਤਿਹਾਸ ਹੈ ਸਾਡੇ ਕੋਲ, ਕਿੱਥੇ ਕਿੱਥੇ ਬਾਣੀ ਸੀ, ਕਿੱਥੋਂ ਕਿੱਥੋਂ ਲਿਆਂਦੀ ਹੈ। ਸ਼ੰਕਾਵਾਦੀਆਂ ਨੇ ਤੇ ਸਾਧ ਸੰਗਤ ਜੀ ਹਮੇਸ਼ਾ ਅਟੈਕ ਕਰਦੇ ਹੀ ਰਹਿਣਾ ਸਿੱਖੀ ਉੱਤੇ। ਉਹ ਚਾਹੁੰਦੇ ਨਹੀਂ ਵੀ ਆਹ ਲੰਗਰ ਲੱਗੇ ਰਹਿਣ, ਇਹ ਰੌਣਕਾਂ ਲੱਗੀਆਂ ਰਹਿਣ, ਕੀਰਤਨ ਕਥਾ ਹੁੰਦਾ ਰਹੇ। ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੁੰਦਾ ਗੁਰੂ ਖਾਲਸੇ ਪੰਥ ਦਾ ਤਪ ਤੇਜ। ਇਸ ਕਰਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਉੱਤੇ, ਬਾਣੇ ਉੱਤੇ, ਇਤਿਹਾਸ ਉੱਤੇ ਕਿੰਤੂ ਪਰੰਤੂ ਕਰਦੇ ਹੈ। ਇਹ ਵੀ ਕਿੰਤੂ ਪਰੰਤੂ ਵੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਕਿੱਥੋਂ ਲਿਆਂਦੀ? ਗੁਰੂ ਅਰਜਨ ਦੇਵ ਜੀ ਕੋਲ ਬਾਣੀ ਮੌਜੂਦ ਸੀ, ਵੱਡਿਆਂ ਗੁਰੂ ਸਾਹਿਬਾਂ ਦੀ, ਸ੍ਰੀ ਗੋਇੰਦਵਾਲ ਸਾਹਿਬ ਪਈ ਸੀ ਬਾਬੇ ਮੋਹਨ ਦੇ ਚੁਬਾਰੇ ਵਿੱਚ। ਬਾਬਾ ਮੋਹਨ ਦੇ ਕੋਲੋਂ ਪੋਥੀਆਂ ਲੈ ਕੇ ਆਓ ਭਾਈ, ਕੌਣ ਜਾਏਗਾ? ਭਾਈ ਸਾਹਿਬ ਭਾਈ ਗੁਰਦਾਸ ਜੀ ਉੱਠੇ, ਕਹਿਣ ਲੱਗੇ, ਸਤਿਗੁਰੂ ਜੀ ਮੈਂ ਜਾ ਕੇ ਲਿਆਵਾਂਗਾ, ਮੇਰੇ ਤਾਏ ਦਾ ਪੁੱਤਰ ਹੈ ਬਾਬਾ ਮੋਹਨ, ਮੇਰਾ ਵੱਡਾ ਭਰਾ ਹੈ, ਮੈਂ ਜਾ ਕੇ ਲਿਆਵਾਂਗਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਾਣ ਗਏ ਵੀ ਭਾਈ ਗੁਰਦਾਸ ਜੀ ਦੇ ਮਨ 'ਚ ਸੂਖਮ ਹਉਮੈ ਹੈ, ਹਉਮੈ ਨਾਮੈ ਨਾਲ ਵਿਰੋਧ ਹੈ। ਇਹ ਸਾਧ ਸੰਗਤ ਜੀ ਇੱਥੇ ਮੈਂ ਆ ਜਾਂਦੀ ਹੈ ਨਾ, ਉੱਥੇ ਪਰਮਾਰਥ ਦੀ ਸਿੱਧੀ ਨਹੀਂ ਹੁੰਦੀ, ਤੇ ਇਹ ਆ ਜਾਂਦੀ ਹੈ। ਆਖੋ ਸ੍ਰੀ ਵਾਹਿਗੁਰੂ। ਹੁਣ ਅਸੀਂ ਕਥਾ ਕਰ ਰਹੇ ਹਾਂ, ਤੁਸੀਂ ਸੁਣ ਰਹੇ ਹੋ, ਮੈਂ ਕਰ ਰਿਹਾ, ਮੈਂ ਸੁਣ ਰਿਹਾ, ਇੱਥੇ ਵੀ ਆ ਜਾਂਦੀ ਹੈ। ਇਹ ਛੱਡਦੀ ਨਹੀਂ। ਅਰਦਾਸ ਕਰੀਏ ਵੀ ਮਹਾਰਾਜ ਇਹਦੇ ਤੋਂ ਬਚਾ ਲਵੇ, ਕਿਉਂਕਿ ਇਹਦੇ ਬਿਨਾਂ ਗੁਜ਼ਾਰਾ ਵੀ ਨਹੀਂ। ਮਹਾਰਾਜ ਕਹਿੰਦੇ ਨੇ, ਬਾਹਰੋਂ ਹਉਮੈ ਕਹਿ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ। ਪਰ ਮੁਕਤ ਹੋਣਾ ਸੌਖਾ ਤਾਂ ਨਹੀਂ ਨਾ, ਕਠਿਨ ਖੇਡ ਹੈ ਨਾ, ਬੜੀ ਇਹ ਗੰਢ ਵੱਜੀ ਹੋਈ ਹੈ। ਮਹਾਰਾਜ ਕਹਿੰਦੇ, ਸਾਕਤ ਹਰ ਰਸ ਸਾਧ ਨਾ ਜਾਣਿਆ। ਸਾਕਤ ਨੂੰ ਕਥਾ ਦਾ, ਕੀਰਤਨ ਦਾ, ਬਾਣੀ ਦਾ ਰਸ ਨਹੀਂ ਆਉਂਦਾ, ਨਾਮ ਦਾ ਰਸ ਨਹੀਂ ਆਉਂਦਾ। ਸਾਕਤ ਹਰ ਰਸ ਸਾਧ ਨਾ ਜਾਣਿਆ। ਕਿਉਂ ਨਾ ਜਾਣਿਆ? ਤਿਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚਲੈ। ਹੁਣ ਜਿਹਦੇ ਪੈਰ 'ਚ ਕੰਡਾ ਲੱਗਾ ਹੋਵੇ, ਜਿਹਦੇ ਪੈਰ 'ਚ ਕੰਡਾ ਲੱਗਿਆ ਹੋਵੇ, ਭਾਵੇਂ ਉਹ ਲਾੜਾ ਬਣ ਕੇ, ਸਿਹਰੇ ਬੰਨ੍ਹ ਕੇ ਬਰਾਤ ਕਿਉਂ ਨਾ ਤੁਰਿਆ ਹੋਵੇ, ਉਹਨੂੰ ਉਹਦਾ ਵੀ ਸਵਾਦ ਨਹੀਂ ਆਉਣਾ। ਕਿੰਨੀ ਖੁਸ਼ੀ ਦਾ ਟਾਈਮ ਹੋਵੇ, ਭਾਵੇਂ ਵਿਆਹ ਕਰਾਉਣ ਚੱਲਿਆ, ਪੈਰ 'ਚ ਕੰਡਾ ਲੱਗਿਆ, ਉਹ ਧਿਆਨ ਤੇ ਉੱਧਰ ਹੀ ਰਹਿਣਾ ਨਾ। ਉਹ ਕਿੰਨੀ ਖੁਸ਼ੀ ਦਾ ਸਮਾਂ ਵੀ ਦੁਖਦਾਈ ਹੈ। ਕਿਉਂ? ਕਿਉਂਕਿ ਕੰਡਾ ਲੱਗਾ ਹੋਇਆ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹਉਮੈ ਕੰਡਾ ਹੈ, ਜਿਉਂ ਜਿਉਂ ਚਲੈ ਚੁਭੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਇਹ ਸੂਖਮ ਹਉਮੈ ਸਾਨੂੰ ਮਹਾਰਾਜ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨ ਨਹੀਂ ਹੋ ਕਰਨ ਦਿੰਦੀ, ਇਹ ਵਾਹਿਗੁਰੂ ਦੇ ਸਰੂਪ ਵਿੱਚ ਲੀਨ ਨਹੀਂ ਹੋਣ ਦਿੰਦੀ। ਉਸ ਹਉਮੈ ਨੇ ਭਾਈ ਗੁਰਦਾਸ ਜੀ ਦੇ ਮੂੰਹ ਤੋਂ ਬਚਨ ਕਢਾਇਆ, ਮੈਂ ਲਿਆਵਾਂਗਾ ਪੋਥੀਆਂ। ਮਹਾਰਾਜ ਕਹਿੰਦੇ, ਚੰਗਾ ਭਾਈ ਸਾਹਿਬ ਲਿਆਓ। ਫਿਰ ਭਾਈ ਗੁਰਦਾਸ ਜੀ ਗਏ ਪੋਥੀਆਂ ਲੈਣ ਸ੍ਰੀ ਗੋਇੰਦਵਾਲ ਸਾਹਿਬ। ਜਾ ਕੇ ਆਪਣੇ ਭਰਾ
ਮੋਹਰੀ ਨੂੰ ਮਿਲੇ। ਬੌਲੀ ਸਾਹਿਬ ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ, ਕਿਉਂਕਿ ਮਰਿਆਦਾ ਹੈ ਬੌਲੀ ਸਾਹਿਬ ਜਾਓ, ਪਹਿਲਾਂ ਇਸ਼ਨਾਨ ਕਰੋ, ਫਿਰ ਸ੍ਰੀ ਜਪਜੀ ਸਾਹਿਬ ਦਾ ਪਾਠ ਘੱਟੋ ਘੱਟ ਇੱਕ ਵਾਰੀ ਤਾਂ ਜ਼ਰੂਰ ਕਰੋ। ਵੈਸੇ 84 ਪੌੜੀਆਂ ਦੀ ਬਣਾਈ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ। ਇੱਕ ਪੌੜੀ ਤੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰੇ, ਫਿਰ ਦੂਜਾ ਇਸ਼ਨਾਨ ਕਰਕੇ ਦੂਜੀ ਪੌੜੀ ਤੇ ਜਪਜੀ ਸਾਹਿਬ ਦਾ ਪਾਠ ਕਰੇ। 84 ਕੱਟੀ ਜਾਏਗੀ। ਇਹ ਬਚਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦਾ ਹੈ। 84 ਪੌੜੀਆਂ ਦੀ ਗੁਰੂ ਅਮਰਦਾਸ ਨੇ ਆਪ ਬਣਵਾਈ ਹੈ। ਅੱਜ ਕੱਲ੍ਹ ਤਾਂ ਕਹਿੰਦੇ 84 ਲੱਖ ਜੂਨਾਂ ਕਿਹਨੇ ਗਿਣੀਆਂ ਨੇ, ਸੁਣੀ ਹੋਣੀ ਹੈ ਤੁਸੀਂ ਗੱਲ। ਆਖੇ ਜੀ 84 ਲੱਖ ਜੂਨਾਂ ਕਿਹਨੇ ਗਿਣੀਆਂ ਨੇ? ਗੁਰੂ ਨਾਨਕ ਨੇ ਗਿਣੀਆਂ ਨੇ ਜੀ, ਗੁਰੂ ਨਾਨਕ ਨੇ ਗਿਣੀਆਂ ਨੇ। ਪੜ੍ਹ ਲਓ ਦੱਖਣੀ ਓਂਕਾਰ ਦੇ ਵਿੱਚ, 184 ਮੇਦਨੀ ਵਧੈ ਨਾ ਘਟੈ ਤਾਂ ਹੈ। ਕਹਿੰਦੇ ਨਾ ਵੱਧਦੀ ਹੈ ਨਾ ਘਟਦੀ ਹੈ, 84 ਲੱਖ ਹੀ ਹੈ। ਇਹ ਗੁਰੂ ਨਾਨਕ ਸਾਹਿਬ ਦਾ ਫੈਸਲਾ ਹੈ। ਅਸੀਂ ਇਹ 'ਤੇ ਕਿੰਤੂ ਕਰੀਏ ਤੇ ਫਿਰ ਅਸੀਂ ਉਹਨਾਂ ਤੋਂ ਜ਼ਿਆਦਾ ਸਿਆਣੇ ਹੋ ਸਕਦੇ ਹਾਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਉਹ 84 ਕੱਟੀ ਜਾਏਗੀ ਇੱਥੇ। ਇਹ ਬੌਲੀ ਸਾਹਿਬ ਵਿੱਚ ਇਸ਼ਨਾਨ ਕਰਨ ਨਾਲ, ਸ੍ਰੀ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਕੇ, ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਬਾਬੇ ਮੋਹਰੀ ਨੂੰ ਮਿਲੇ। ਕਹਿਣ ਲੱਗੇ ਭਰਾ ਜੀ, ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭੇਜਿਆ ਹੈ ਪੋਥੀਆਂ ਲੈਣ ਵਾਸਤੇ, ਤੇ ਬਾਬੇ ਮੋਹਨ ਸਾਹਿਬ ਜੀ ਨੂੰ ਮਿਲਣਾ ਹੈ। ਭਾਈ ਮੋਹਰੀ ਕਹਿਣ ਲੱਗਾ ਭਰਾ ਜੀ, ਕਿਉਂਕਿ ਚਾਚੇ ਤਾਇਆਂ ਦੇ ਭਰਾ ਪੁੱਤ ਭਰਾ ਲੱਗਦੇ ਸਨ, ਕਹਿੰਦੇ ਭਰਾ ਜੀ ਉਹ ਤੇ ਬੂਹਾ ਹੀ ਨਹੀਂ ਖੋਲ੍ਹਦੇ, ਮਹੀਨਾ ਮਹੀਨਾ ਅੰਦਰ ਕੁੰਡੀ ਲਾ ਕੇ ਸਮਾਧੀ 'ਚ ਬੈਠੇ ਰਹਿੰਦੇ ਆ, ਇੱਕ ਲੰਗੋਟੀ ਪਹਿਨਦੇ ਆ, ਨਾ ਸਿਰ 'ਤੇ ਕੋਈ ਕੱਪੜਾ, ਨਾ ਪਿੰਡੇ 'ਤੇ ਕੋਈ ਕੱਪੜਾ, ਨਾ ਕੋਈ ਹੋਰ, ਇੱਕ ਲੰਗੋਟੀ ਮਾੜੀ ਜਿਹੀ ਕੱਪੜਾ ਬਾਬਾ ਮੋਹਨ ਜੀ ਪਹਿਨਦੇ ਸਨ। ਅਤੇ ਲੋਕ ਉਹਨਾਂ ਨੂੰ ਕਹਿੰਦੇ ਸੀ ਕਮਲਾ, ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ, ਅੱਜ ਤੱਕ ਦੁਨੀਆ ਨੇ ਉਹਨਾਂ ਨੂੰ ਕਮਲਾ ਹੀ ਕਿਹਾ। ਗੁਰੂ ਨਾਨਕ ਸਾਹਿਬ ਨੂੰ ਕੀ ਆਖਿਆ? ਕੋਈ ਆਖੈ ਭੂਤਨਾ, ਕੋ ਕਹਿ ਬੇਤਾਲਾ, ਭਇਆ ਦੀਵਾਨਾ ਸ਼ਾਹ ਕਾ, ਨਾਨਕ ਬਉਰਾਨਾ, ਹਉ ਹਰ ਬਿਨ ਅਵਰ ਨਾ ਜਾਣਾ। ਤੇ ਕਬੀਰ ਸਾਹਿਬ ਨੂੰ ਕੀ ਕਿਹਾ? ਲੋਕ ਕਹਿ ਕਬੀਰ ਬਉਰਾਨਾ। ਜਿੰਨੇ ਮਹਾਰਾਜ ਦੇ ਪਿਆਰੇ ਭਗਤ ਸੰਤ ਹੋਏ ਨੇ, ਸਾਡੇ ਵਰਗੇ ਲੋਕਾਂ ਨੇ, ਮੇਰੇ ਵਰਗੇ ਲੋਕਾਂ ਨੇ, ਆਮ ਲੋਕਾਂ ਨੇ ਉਹਨਾਂ ਦੀ ਨਿੰਦਾ ਹੀ ਕੀਤੀ ਹੈ। ਤੇ ਮਹਾਰਾਜ ਬਾਬਾ ਮੋਹਨ ਜੀ ਬੜੇ ਉੱਚੀ ਅਵਸਥਾ 'ਚ, ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼, ਤਿੱਥੈ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਨਾਨਕ ਦੁੱਖ ਸੁਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਕਾਸ਼। ਜਿੱਥੇ ਆਤਮਾ ਦਾ ਹੀ ਪ੍ਰਕਾਸ਼ ਹੋ ਜਾਂਦਾ, ਉੱਥੇ ਭੁੱਖ, ਨੀਂਦ, ਦੁੱਖ, ਸੁੱਖ, ਖੁਸ਼ੀ, ਗਮੀ, ਮਾਣ, ਅਪਮਾਨ, ਵਾਧਾ ਘਾਟਾ ਨਹੀਂ ਰਹਿੰਦਾ। ਆਖੋ ਸ੍ਰੀ ਵਾਹਿਗੁਰੂ। ਉਹ ਅਵਸਥਾ 'ਚ ਗੁਰੂ ਅਮਰਦਾਸ ਦਾ ਸਾਹਿਬਜ਼ਾਦਾ ਬੈਠਾ ਰਹਿੰਦਾ ਹੈ, ਕਦੀ ਕਿਸੇ ਨਾਲ ਬੋਲਦਾ ਨਹੀਂ। ਜੇ ਪ੍ਰਸ਼ਾਦਾ ਰੱਖੀਏ ਤੇ ਇੱਦਾਂ ਖਾਂਦਾ ਜਿਵੇਂ 1 ਸਾਲ ਦਾ ਬੱਚਾ ਖਾਂਦਾ। 1 ਸਾਲ ਦੇ ਬੱਚੇ ਨੂੰ ਰੋਟੀ ਦਿਓ, ਕਿੱਦਾਂ ਖਾਂਦਾ ਪਤਾ? ਉਹ 2 ਹੱਥਾਂ 'ਚ ਫੜ ਕੇ ਖਾਂਦਾ। ਆਪਾਂ ਰੋਟੀ ਦੀ ਬੁਰਕੀ ਤੋੜ ਕੇ ਚੱਜ ਨਾਲ ਖਾਂਦੇ ਹਾਂ, ਬੱਚਾ ਇੱਦਾਂ ਖਾਂਦਾ, 2 ਹੱਥਾਂ ਨਾਲ ਚੁੱਕ ਕੇ ਮੂੰਹ 'ਚ ਪਾ ਲੈਂਦਾ। ਬਾਬਾ ਮੋਹਨ ਜੀ ਰੋਟੀ ਇੱਦਾਂ ਖਾਂਦੇ ਸੀ 80 ਸਾਲ ਦੀ ਉਮਰ ਵਿੱਚ। ਲੋਕਾਂ ਨੇ ਤਾਂ ਕਮਲਾ ਕਹਿਣਾ ਹੀ ਸੀ। ਆਖੋ ਸ੍ਰੀ ਵਾਹਿਗੁਰੂ। ਕਿ ਕਮਲਾ ਕੁਹਾ ਕੇ ਰਾਜੀ ਹੁੰਦੇ ਆ। ਉਹ ਕਹਿੰਦੇ ਲੋਕ ਸਾਨੂੰ ਚੰਗਾ ਨਿੰਦੋ ਨਿੰਦੋ, ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ, ਨਿੰਦਾ ਹੋਏ ਤਾਂ ਬੈਕੁੰਠ ਜਾਈਐ, ਨਾਮ ਪਦਾਰਥ ਮਨੈ ਬਸਾਈਐ, ਹਿਰਦੈ ਸੁਧ ਜੋ ਨਿੰਦਾ ਹੋਏ, ਹਮਰੇ ਕੱਪੜੇ ਨਿੰਦਕ ਧੋਏ। ਨਿੰਦਕ ਸਾਡੇ ਕੱਪੜੇ ਧੋਂਦਾ ਧੋਈ ਜਾਵੇ। ਐਸੀ ਅਵਸਥਾ ਵਿੱਚ ਬਾਬਾ ਮੋਹਨ ਜੀ ਰਹਿੰਦੇ ਨੇ। ਆਪਣੀ ਮਰਜ਼ੀ ਨਾਲ ਕੁੰਡਾ ਖੋਲ੍ਹਦੇ ਨੇ, ਆਪਣੀ ਮਰਜ਼ੀ ਨਾਲ ਆਪਣੇ ਚੁਬਾਰੇ ਸਾਹਿਬ ਦਾ ਕੁੰਡਾ ਖੋਲ ਕੇ ਬਾਹਰ ਆ ਜਾਂਦੇ ਨੇ। ਤੇ ਜੇ ਤੁਰਦੇ ਨੇ ਤੇ ਸਿੱਧਾ ਦਰਿਆ ਵੱਲ ਤੁਰੇ ਹੀ ਜਾਂਦੇ ਨੇ। ਫੜ ਕੇ ਲਿਆਉਣਾ ਪੈਂਦਾ ਬਾਹਾਂ ਤੋਂ, ਫੜ ਕੇ ਲਿਆ ਕੇ ਬਿਠਾਈ ਦਾ, ਪ੍ਰਸ਼ਾਦਾ ਦਈਦਾ। ਪ੍ਰਸ਼ਾਦਾ ਇੱਦਾਂ ਛਕਦੇ ਨੇ ਜਿਵੇਂ ਨਿੱਕਾ ਬੱਚਾ ਛਕਦਾ। ਫਿਰ ਕੁੰਡੀ ਲਾ ਕੇ ਸਮਾਧੀ 'ਚ ਬਹਿ ਜਾਂਦੇ ਨੇ। ਪਰਮੇਸ਼ਰ ਦੇ ਅੰਦਰ ਇੱਕਮਿਕ ਹੋਏ ਪਏ ਨੇ। ਉਹ ਨਾ ਦਰਵਾਜ਼ਾ ਖੋਲ੍ਹਣਗੇ ਨਾ ਤੁਹਾਨੂੰ ਮਿਲਣਗੇ। ਇਸ ਕਰਕੇ ਭਾਈ ਗੁਰਦਾਸ ਜੀ, ਮੈਂ ਤਾਂ ਨਹੀਂ ਕਹਿ ਸਕਦਾ ਵੀ ਤੁਹਾਡਾ ਕੰਮ ਬਣੇ। ਬਾਬੇ ਮੋਹਰੀ ਦੀ ਗੱਲ ਸੁਣ ਕੇ ਭਾਈ ਗੁਰਦਾਸ ਜੀ ਸ਼ਾਮਾਂ ਦੇ ਵੇਲੇ ਦਰਵਾਜ਼ੇ 'ਤੇ ਪਹੁੰਚ ਗਏ। ਕੁੰਡਾ ਖੜਕਾਉਣਾ ਸ਼ੁਰੂ ਕੀਤਾ। ਜਿਉਂ ਕੁੰਡਾ ਖੜਕਾਉਣ ਲੱਗੇ, ਕਹਿੰਦੇ
ਭਾਈ ਮੋਹਣ ਨੇ ਅੱਗੋਂ ਹਾਂ ਨਾ ਕੁਛ ਨਹੀਂ ਕੀਤੀ। ਸਾਰੀ ਰਾਤ ਲੰਘ ਗਈ, ਸਵੇਰ ਹੋ ਗਈ। ਭਾਈ ਗੁਰਦਾਸ ਜੀ ਨਿਰਾਸ਼ ਵਾਪਸ ਸ੍ਰੀ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਨੂੰ ਚੱਲ ਪਏ। ਗੁਰੂ ਅਰਜਨ ਦੇਵ ਜੀ ਕੋਲ ਜਾ ਕੇ ਮੱਥਾ ਟੇਕਿਆ। ਹੱਸ ਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਲੈ ਆਇਓ ਪੋਥੀਆਂ ਭਾਈ ਸਾਹਿਬ। ਬੜੇ ਮਾਣ ਨਾਲ ਕਹਿੰਦੇ ਸੀ ਲੈ ਆਵਾਂਗੇ। ਉਹ ਕਹਿੰਦੇ ਮਹਾਰਾਜ ਪੋਥੀਆਂ ਕੀ ਲਿਆਣੀਆਂ, ਉਹਨਾਂ ਨੇ ਤਾਂ ਬੂਹਾ ਹੀ ਨਹੀਂ ਖੋਲ੍ਹਿਆ। ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਹੁਣ ਤੁਸੀਂ ਜਾਓ, ਕਿਉਂਕਿ ਗੁਰੂ ਅਰਜਨ ਦੇਵ ਇਸ ਵੇਲੇ ਆਪ ਜਾ ਸਕਦੇ ਸਨ। ਪਰ ਗੁਰੂ ਅਰਜਨ ਦੇਵ ਜੀ ਸਾਨੂੰ ਬਾਣੀ ਦਾ ਮੁੱਲ ਕੀ ਹੈ। ਅੱਜ ਕੱਲ੍ਹ ਪਾਠੀਆਂ ਨੂੰ ਪੁੱਛਦੇ ਗਿਆਨੀ ਜੀ ਖੰਡ ਪਾਠ ਦੀ ਭੇਟਾ ਕਿੰਨੀ ਲੈਣੀ ਹੈ। ਇੱਕ ਸੱਜਣ ਮੇਰੀ ਗੱਲ ਮੈਂ ਕਈ ਵਾਰੀ ਸੁਣਾਉਂਦਾ ਹੁੰਦਾ, ਉਹ ਕਹਿੰਦਾ ਗਿਆਨੀ ਜੀ ਭੇਟਾ ਦੱਸ ਦਿਓ, ਚਾਹ ਪਾਣੀ ਅਸੀਂ ਕੋਈ ਨਹੀਂ ਪਿਆਣਾ, ਉੱਕਾ ਸੁੱਕਾ ਦੱਸੋ ਕੀ ਲਓਗੇ ਪਾਠੀਆਂ ਨੂੰ। ਇਹ ਸਾਡਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਤਿਕਾਰ ਰਹਿ ਗਿਆ ਜੀ। ਗੁਰੂ ਅਰਜਨ ਸਾਹਿਬ ਸਾਨੂੰ ਮੁੱਲ ਪਾ ਕੇ ਦੱਸ ਰਹੇ ਸਨ ਬਾਣੀ ਦਾ ਮੁੱਲ ਕੀ ਹੈ। ਮੈਂ ਤਾਂ ਮੋਲ ਮਹਿੰਗੀ ਲਈ ਜੀ ਸਟੈ, ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ। ਮੈਂ ਤਾਂ ਮੋਲ ਮਹਿੰਗੀ ਲਈ, ਤੇ ਮਹਿੰਗਾ ਸੌਦਾ ਜੇ। ਪਾਤਸ਼ਾਹ ਮਹਾਰਾਜ ਕਹਿੰਦੇ ਜਾਓ ਬਾਬਾ ਬੁੱਢਾ ਜੀ ਪੋਥੀਆਂ ਲੈ ਕੇ ਆਓ ਤੁਸੀਂ। ਬਾਬਾ ਬੁੱਢਾ ਸਾਹਿਬ ਜੀ ਵੀ ਗਏ, ਪੌੜੀ ਸਾਹਿਬ ਇਸ਼ਨਾਨ ਕੀਤਾ, ਜਪਜੀ ਸਾਹਿਬ ਦਾ ਪਾਠ ਕੀਤਾ, ਜਾ ਕੇ ਦਰਵਾਜ਼ੇ ਤੇ ਕੁੰਡਾ ਖੜਕਾਉਣਾ ਸ਼ੁਰੂ ਕੀਤਾ। ਭਾਈ ਮੋਹਣ ਜੀ, ਬਾਬਾ ਮੋਹਣ ਜੀ ਕੁੰਡਾ ਖੋਲੋ। ਪਰ ਅੰਦਰੋਂ ਕੋਈ ਉਗ ਸੁਗ ਨਹੀਂ, ਕੋਈ ਹਾਂ ਨਾ ਨਹੀਂ। ਅੱਧਾ ਪੌਣਾ ਘੰਟਾ ਬਾਬਾ ਬੁੱਢਾ ਜੀ ਬੂਹਾ ਖੜਕਾਉਂਦੇ ਰਹੇ। ਅੱਧੇ ਘੰਟੇ ਬਾਅਦ ਜਦੋਂ ਵੇਖਿਆ ਵੀ ਅੰਦਰੋਂ ਕੋਈ ਆਵਾਜ਼ ਨਹੀਂ ਆਈ, ਜ਼ਿਮੀਂਦਾਰ ਸਨ, ਜੱਟਾਂ ਵਾਲਾ ਕੰਮ ਕੀਤਾ। ਫਿਰ ਪਾਇਆ, ਝਟਕਾ ਮਾਰਿਆ ਤੇ ਤਖਤਾ ਹੀ ਪੱਟ ਲਿਆ। ਤਖਤਾ ਪੱਟ ਕੇ ਪਰੇ ਰੱਖ ਕੇ ਨਾ ਚੂਲ ਪੱਟ ਕੇ ਅੰਦਰ ਗਏ। ਅੰਦਰ ਜਾ ਕੇ ਵੇਖਿਆ ਕਿ ਬਾਬਾ ਮੋਹਣ ਜੀ ਸਮਾਧੀ 'ਚ ਲੀਨ ਨੇ। ਆਹ ਪੁੜਪੜੀਆਂ ਮਲੀਆਂ, ਪੈਰਾਂ ਦੀਆਂ ਤਲੀਆਂ ਝਸੀਆਂ, ਹੱਥਾਂ ਦੀਆਂ ਵੀ ਇਹਨਾਂ ਦੀ ਸੁਰਤ ਥੱਲੇ ਆ ਜਾਏ। ਪਰ ਗੁਰਮੁਖ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼। ਜਦੋਂ ਦਸਵੇਂ ਦਰਬਾਰ ਵਿੱਚ ਸੁਰਤ ਟਿਕੀ ਹੋਈ ਸੀ, ਥੱਲੇ ਬਿਰਤੀ ਨਹੀਂ ਆਈ। ਬਾਬਾ ਬੁੱਢਾ ਸਾਹਿਬ ਜੀ ਵੀ ਵਾਪਸ ਆ ਗਏ। ਗੁਰੂ ਅਰਜਨ ਦੇਵ ਜੀ ਨੂੰ ਆ ਕੇ ਦੱਸਿਆ, ਮਹਾਰਾਜ ਬਾਬੇ ਮੋਹਣ ਨੇ ਤੇ ਦਰਵਾਜ਼ਾ ਨਹੀਂ ਖੋਲ੍ਹਿਆ, ਮੈਂ ਦਰਵਾਜ਼ਾ ਪੱਟ ਕੇ ਅੰਦਰ ਵੜਿਆ। ਪਰ ਦਰਵਾਜ਼ਾ ਪੱਟ ਕੇ ਵੀ ਗੱਲ ਨਹੀਂ ਬਣੀ, ਉਹਨਾਂ ਦੀ ਸੁਰਤ ਨਹੀਂ ਖੁੱਲ੍ਹੀ। ਮਹਾਰਾਜ ਕਹਿੰਦੇ ਬਾਬਾ ਜੀ ਸੁਰਤ ਜਿਵੇਂ ਖੁੱਲ੍ਹਣੀ ਹੈ ਉਵੇਂ ਹੀ ਖੁੱਲ੍ਹਣੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ ਇੰਝ ਕਰੋ, ਸਾਰੀਆਂ ਸੰਗਤਾਂ ਤਿਆਰੀ ਕਰ ਲਓ, ਨੰਗੇ ਪੈਰ ਹੀ ਚੱਲਣਾ, ਗੁਰਬਾਣੀ ਦੀਆਂ ਪੋਥੀਆਂ ਲੈਣ ਜਾਣਾ। ਬੜਾ ਸੁੰਦਰ ਖਾਸਾ ਲੈ ਕੇ ਪਾਤਸ਼ਾਹ ਮਹਾਰਾਜ ਜੀ ਕੀਰਤਨ ਕਰਦੇ ਹੋਏ, ਬਾਣੀ ਪੜ੍ਹਦੇ ਹੋਏ ਸ੍ਰੀ ਗੋਇੰਦਵਾਲ ਸਾਹਿਬ ਨੂੰ ਚਾਲੇ ਪਾ ਦਿੱਤੇ। ਗੋਇੰਦਵਾਲ ਸਾਹਿਬ ਚੁਬਾਰਾ ਸਾਹਿਬ ਦੇ ਸਾਹਮਣੇ ਜਾ ਕੇ ਭੁੰਜੇ ਬੈਠ ਗਏ। ਬਾਬਾ ਮੋਹਰੀ ਜੀ, ਗੋਇੰਦਵਾਲ ਦੀਆਂ ਸੰਗਤਾਂ, ਨਾਲ ਵਾਲੀਆਂ ਸੰਗਤਾਂ ਕਹਿਣ ਮਹਾਰਾਜ ਥੱਲੇ ਚਾਦਰ ਵਿਛਾ ਲਓ। ਮਹਾਰਾਜ ਕਹਿੰਦੇ ਜਦੋਂ ਮੰਗਤਾ ਜਾਂਦਾ ਨਾ, ਮੰਗਣ ਵਾਸਤੇ ਕਿਸੇ ਦੇ ਬੂਹੇ ਤੇ, ਜੇ ਉਹ ਚਾਦਰਾਂ ਵਿਛਾ ਕੇ ਬੈਠੇ ਤੇ ਉਹ ਭਿਖਾਰੀ ਨਹੀਂ ਹੁੰਦਾ। ਆਖੋ ਸਤਿਨਾਮ ਸ੍ਰੀ। ਅਬ ਮੰਗਣ ਹਾਰੇ ਕੋ ਭੇਖ ਬਣਾਇਓ। ਹੁਣ ਅਸੀਂ ਮੰਗਣ ਆਏ ਹਾਂ ਗੁਰੂ ਅਮਰਦਾਸ ਦੇ ਬੂਹੇ ਤੇ, ਆਪਣੇ ਗੁਰਦੇਵ ਦੇ ਚਰਨਾਂ ਵਿੱਚ ਮੰਗਤੇ ਬਣ ਕੇ ਆਏ ਹਾਂ। ਅਸੀਂ ਇੱਥੋਂ ਪੋਥੀਆਂ ਲੈਣੀਆਂ ਨੇ, ਅਸੀਂ ਚਾਦਰਾਂ ਵਿਛਾ ਕੇ ਨਹੀਂ ਬਹਿਣਾ। ਜ਼ਮੀਨ ਤੇ ਭੁੰਜੇ ਗਲੀ ਦੇ ਵਿੱਚ ਬਹਿ ਕੇ ਬਿਨਾਂ ਕੱਪੜਾ ਵਿਛਾਇਆ ਗੁਰੂ ਅਰਜਨ ਦੇਵ ਜੀ, ਤੇ ਗੌੜੀ ਰਾਗ ਅਲਾਪਿਆ, ਸਰੰਦਾ ਲਾ ਕੇ ਸੱਚੇ ਪਾਤਸ਼ਾਹ ਸ਼ਬਦ ਪੜ੍ਹਿਆ, ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਇਹ ਸਲੇਸ ਅਲੰਕਾਰ ਹੈ। ਇਹਦੇ ਦੋਹਰੇ ਅਰਥ, ਇੱਕ ਪਾਸੇ ਉਸ ਮੋਹਣ ਪ੍ਰਮਾਤਮਾ ਵੱਲ ਜਾਂਦੇ ਨੇ, ਦੂਜੇ ਪਾਸੇ ਬਾਬਾ ਮੋਹਣ ਜੀ ਦੇ ਵਿੱਚ ਅਧਿਆਹਾਰ ਕੀਤਾ, ਕਿਉਂਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ। ਇਹ ਜਦੋਂ ਸ਼ਬਦ ਗਾਇਆ, ਇਹ ਛੰਦ ਪੜ੍ਹਿਆ, ਤੇ ਬਾਬਾ ਮੋਹਣ ਜੀ ਨੇ ਚੁਬਾਰਾ ਸਾਹਿਬ ਦੀ ਖਿੜਕੀ ਖੋਲ੍ਹੀ। ਖਿੜਕੀ ਖੋਲ੍ਹ ਕੇ ਬਾਹਰ ਵੇਖਿਆ, ਭਾਣਜਾ ਬੈਠਾ ਹੈ, ਭੈਣ ਭਾਨੀ ਦਾ ਪੁੱਤਰ ਬੈਠਾ ਹੈ। ਮਾਮੇ ਨੇ ਆਪਣੇ ਭਾਣਜੇ ਵੱਲ ਵੇਖ ਕੇ ਕੁਝ ਬੋਲ ਕੌੜੇ ਬੋਲੇ। ਕੀ ਕਿਹਾ ਸੀ? ਕਹਿਣ ਲੱਗਾ ਆ ਗਿਆ ਠੱਗਾਂ ਦਿਆ ਠੱਗਾ। ਭਾਣਜੇ ਨੂੰ ਮਾਮੇ ਆਮ ਤੌਰ ਤੇ ਮਖੌਲ ਵੀ ਕਰ ਲੈਂਦੇ ਨੇ, ਗੁੱਸਾ ਵੀ ਕਰ ਲੈਂਦੇ ਨੇ। ਮਾਮੇ ਦਾ ਰਿਸ਼ਤਾ ਬੜਾ ਗੂੜਾ ਹੁੰਦਾ। ਮਾਂ 2 ਵਾਰੀ ਕਹੀਏ ਤੇ ਮਾਮਾ ਬਣ ਜਾਂਦਾ। ਪਿਆਰ ਵੀ ਹੁੰਦਾ, ਵੈਰ ਵੀ ਹੁੰਦਾ ਮਾਮੇ ਭਾਣਜੇ ਦਾ।
ਆ ਗਿਆ। ਪਹਿਲਾਂ ਤੇਰੇ ਪਿਤਾ ਨੇ ਸਾਰਾ ਕੁਝ ਖੋਹ ਲਿਆ ਮੇਰਾ। ਬਾਬੇ ਮੋਹਨ ਜੀ ਚਾਹੁੰਦੇ ਸੀ ਵੱਡਾ ਪੁੱਤਰ ਮੈਂ ਆ, ਗੁਰਤਾ ਗੱਦੀ ਮੈਨੂੰ ਮਿਲੇਗੀ। ਗੁਰੂ ਅਮਰਦਾਸ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸਨ। ਗੁਰਤਾ ਗੱਦੀ ਤੇ ਮੇਰਾ ਹੱਕ ਹੈ। ਇਹ ਰਾਮਦਾਸ ਦੇ ਸਾਡੇ ਘਰ ਬਾਹਰੋਂ ਆਇਆ, ਇਹ ਗੁਰੂ ਕਿਵੇਂ ਬਣ ਜਾਵੇ? ਪਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਬੰਦਗੀ, ਉਹਨਾਂ ਦੀ ਭਗਤੀ, ਉਹਨਾਂ ਦੀ ਸੇਵਾ, ਉਹਨਾਂ ਦੀ ਕਮਾਈ ਗੁਰੂ ਅਮਰਦਾਸ ਪਾਤਸ਼ਾਹ ਨੂੰ ਭਾ ਗਈ ਸੀ। ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਜਿਹੜੀ ਉਹਨਾਂ ਵਿੱਚ ਕਲਾ ਸੀ ਬਾਬੇ ਮੋਹਨ ਵਿੱਚ ਨਹੀਂ ਸੀ। ਪਰ ਬਾਬੇ ਮੋਹਨ ਨੂੰ ਇਹੀ ਗੱਲ ਕਿ ਮੇਰਾ ਹੱਕ ਇਹ ਲੈ ਗਿਆ। ਜਦੋਂ ਗੁਰੂ ਅਮਰਦਾਸ ਨੇ ਆਖਿਆ ਪੁੱਤਰ ਇਹਨਾਂ ਨੂੰ ਮੱਥਾ ਟੇਕ, ਗੁਰੂ ਰਾਮਦਾਸ ਨੂੰ, ਕਹਿੰਦਾ ਮੈਂ ਨਹੀਂ ਮੱਥਾ ਟੇਕਦਾ। ਇਹਨੂੰ ਕਿਉਂ ਮੱਥਾ ਟੇਕਾਂ? ਗੱਦੀ ਮੇਰੀ ਇਹ ਲੈ ਰਿਹਾ, ਨਾਲੇ ਮੇਰਾ ਹੱਕ ਲੈ ਰਿਹਾ, ਨਾਲੇ ਮੈਂ ਇਹਨੂੰ ਮੱਥਾ ਟੇਕਾਂ, ਨਾਲੇ ਤੇ ਮੇਰੇ ਪਿਓ ਦੀ ਚੀਜ਼ ਇਹ ਸਾਂਭ ਰਿਹਾ ਤੇ ਨਾਲੇ ਮੈਂ ਇਹਨੂੰ ਮੱਥਾ ਟੇਕਾਂ। ਇਹ ਕਿਵੇਂ ਹੋ ਸਕਦਾ? ਗੁਰੂ ਅਮਰਦਾਸ ਕਹਿੰਦੇ ਪੁੱਤਰ ਤੂੰ ਇਹਦੇ ਅੱਗੇ ਮੱਥਾ ਨਹੀਂ ਟੇਕਦਾ, ਇਹਦੇ ਪੁੱਤਰ ਅੱਗੇ ਤੈਨੂੰ ਮੱਥਾ ਟੇਕਣਾ ਪਏਗਾ। ਆਖੋ ਸਤਿਨਾਮ ਸ੍ਰੀ ਅਕਾਲ। ਇਹ ਵਚਨ ਹੋਇਆ ਸੀਗਾ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਹ ਵਚਨ ਪੂਰੇ ਹੋਣ ਦਾ ਹੁਣ ਸਮਾਂ ਆ ਗਿਆ ਸੀਗਾ। ਗਲੀ 'ਚ ਬੈਠੇ ਨੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤੇ ਬਾਬਾ ਮੋਹਨ ਜੀ ਕੌੜੇ ਵਚਨ ਕਹਿ ਰਹੇ ਨੇ, ਆ ਗਿਆ ਠੱਗਾਂ ਦਿਆ ਠੱਗਾ, ਪਹਿਲਾਂ ਸਾਰਾ ਕੁਝ ਤੇਰਾ ਪਿਓ ਲੈ ਗਿਆ, ਹੁਣ ਰਹਿੰਦੀ ਖਹਿੰਦੀ ਕਸਰ ਤੂੰ ਕੱਢੇਗਾ। ਸਿੱਖਾਂ ਨੂੰ ਗੁੱਸਾ ਲੱਗਿਆ ਹੈ। ਸਾਡੇ ਸਾਹਮਣੇ ਸਾਡੇ ਗੁਰਦੇਵ ਨੂੰ, ਪੰਜਵੇਂ ਪਾਤਸ਼ਾਹ ਨੂੰ, ਗੁਰੂ ਅਰਜਨ ਦੇਵ ਜੀ ਨੂੰ ਠੱਗ ਕਹਿ ਰਿਹਾ। ਥੋੜਾ ਜਿਹਾ ਉਰਾ ਪਰਾਂ ਲੱਗੇ ਨਾ ਕਰਨ। ਮਹਾਰਾਜ ਕਹਿੰਦੇ ਚੁੱਪ ਕਰਕੇ ਬਹਿ ਜਾਓ, ਤੁਹਾਨੂੰ ਨਹੀਂ ਵਿੱਚ ਬੋਲਣ ਦਾ ਹੱਕ। ਵੱਡਿਆਂ ਦੀ ਗੱਲ ਵਿੱਚ ਛੋਟੇ ਬੋਲਣੇ ਵੀ ਨਹੀਂ ਚਾਹੀਦੇ। ਆਖੋ ਸਤਿਨਾਮ ਸ੍ਰੀ ਅਕਾਲ। ਸਿਆਣਿਆਂ ਦੀ ਗੱਲ ਵਿੱਚ ਨਿਆਣੇ ਨਹੀਂ ਬੋਲਦੇ ਹੁੰਦੇ। ਤੁਸੀਂ ਬੈਠੇ ਰਹੋ। ਸਾਡਾ ਮਾਮਾ ਜੋ ਮਰਜ਼ੀ ਆਖੇ, ਜੋ ਮਰਜ਼ੀ ਕਵੇ, ਉਹਨੂੰ ਹੱਕ ਹੈ। ਤੇ ਜਿਹੜੀ ਗੱਲ ਕਹਿ ਰਿਹਾ ਅਸੀਂ ਸਮਝ ਰਹੇ ਹਾਂ, ਤੁਹਾਨੂੰ ਸਮਝ ਨਹੀਂ ਆ ਰਹੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਪੰਕਤੀ ਆਉਂਦੀ, ਕਹੋ ਕਬੀਰ ਠੱਗ ਸਿਉ ਮਨ ਮਾਨਿਆ, ਗਈ ਠਗੌਰੀ ਠੱਗ ਪਹਿਚਾਨਿਆ। ਇੱਥੇ ਠੱਗ ਪ੍ਰਮਾਤਮਾ ਨੂੰ ਕਿਹਾ। ਇਹ ਪੰਕਤੀ ਹੈ ਜਿਹੜੀ, ਕਹੋ ਕਬੀਰ ਠੱਗ ਸਿਉ ਮਨ ਮਾਨਿਆ। ਕਬੀਰ ਜੀ ਕਹਿੰਦੇ ਮੇਰਾ ਠੱਗ ਨਾਲ ਹੁਣ ਯਾਰੀ ਪੈ ਗਈ ਹੈ, ਠੱਗ ਨਾਲ ਸਾਡੀ ਹੁਣ ਹੱਥ ਮਿਲ ਗਿਆ। ਬੰਬੇ, ਦਿੱਲੀ, ਵੱਡੇ ਵੱਡੇ ਸ਼ਹਿਰਾਂ 'ਚ ਠੱਗਾਂ ਦੇ ਗਰੋਹ ਹੁੰਦੇ ਨੇ, ਉਹ ਠੱਗੀਆਂ ਮਾਰਦੇ ਨੇ। ਤੇ ਜਿਹੜੇ ਸਿਆਣੇ ਸੇਠ ਹੁੰਦੇ ਨੇ ਉਹਨਾਂ ਹੱਥ ਮਿਲਾ ਲੈਂਦੇ ਨੇ। ਉਹ ਕਹਿੰਦੇ ਸਾਡਾ ਖਿਆਲ ਰੱਖਿਆ ਜੋ, ਕਹਿੰਦੇ ਕੋਈ ਗੱਲ ਨਹੀਂ ਤੁਸੀਂ ਮੌਜਾਂ ਲਓ, ਤੁਹਾਨੂੰ ਨਹੀਂ ਕੁਛ ਕਹਿੰਦੇ, ਸਾਡਾ ਹਿੱਸਾ ਪੱਤੀ ਦੇ ਦਿਓ। ਠੱਗਾਂ ਦੀ ਆਪਸ ਸੇਠਾਂ ਨਾਲ ਗੱਲ ਬਣ ਗਈ। ਕਹਿੰਦੇ ਗੱਲ ਖਤਮ ਹੋ ਗਈ। ਕਹਿੰਦੇ ਹੁਣ ਜਦੋਂ ਉਹ ਠੱਗਾਂ ਕੋਲ ਇੱਕ ਬੂਟੀ ਹੁੰਦੀ ਹੈ ਕਲੋਰੋਫਾਰਮ, ਉਹ ਸੁੰਘਾ ਦਿੰਦੇ ਨੇ ਰੇਲਾਂ ਵਿੱਚ, ਜੇਬਾਂ ਕੱਢ ਲਈਆਂ, ਘੜੀਆਂ ਘੁੜੀਆਂ ਲਾ ਲਈਆਂ, ਮੋਬਾਇਲ ਮੂਲ ਕੱਢ ਲਏ। ਇਹ ਕੰਮ ਹੁੰਦਾ ਹੀ ਹੈ ਨਾ। ਉਹਨੂੰ ਠਗੌਰੀ ਕਹਿੰਦੇ ਨੇ। ਠੱਗ ਬੂਟੀ, ਠੱਗਾਂ ਦੀ ਬੂਟੀ ਐਦਾਂ ਕੀਤੀ, ਬੰਦਾ ਬੇਹੋਸ਼, ਤੇ ਉਹਨੂੰ ਸਾਰਾ ਸਾਫ਼ ਕਰ ਜਾਂਦੇ ਨੇ। ਕਹਿੰਦੇ ਉਹ ਪਰਮਾਤਮਾ ਠੱਗ ਹੈ। ਪਰਮਾਤਮਾ ਦੇ ਕੋਲ ਇੱਕ ਕਲੋਰੋਫਾਰਮ ਹੈ, ਇੱਕ ਉਹਦੇ ਕੋਲ ਬੂਟੀ ਹੈ। ਉਹਨੇ ਸਾਰੀ ਦੁਨੀਆ ਨੂੰ ਸੁੰਘਾਈ ਹੋਈ ਹੈ। ਉਹ ਕਿਹੜੀ ਹੈ ਭਲਾ? ਮਾਇਆ। ਆਖੋ ਸਤਿਨਾਮ ਸ੍ਰੀ ਅਕਾਲ। ਪਰਮਾਤਮਾ ਠੱਗ ਦੇ ਕੋਲ ਇੱਕ ਬੂਟੀ ਹੈ, ਮਾਇਆ। ਉਹਨੇ ਸਭ ਨੂੰ, ਜਿੰਨੀ ਦੁਨੀਆ 84 ਲੱਖ ਜੂਨਾਂ ਨੂੰ, ਮਨੁੱਖ ਨੂੰ, ਦੇਵੀ ਦੇਵਤਿਆਂ ਨੂੰ ਵੀ ਸੁੰਘਾਈ ਹੋਈ ਹੈ। ਮਾਇਆ ਮੋਏ ਦੇਵੀ ਸਭ ਦੇਵਾ, ਕਾਲ ਨਾ ਛੋੜੈ ਬਿਨ ਗੁਰ ਕੀ ਸੇਵਾ। ਉਹ ਜਿਹੜੀ ਬੂਟੀ ਹੈ ਉਹਨੇ ਸਭ ਨੂੰ ਸੁਹਾਇਆ ਪਿਆ, ਤੇ ਠੱਗ ਸਾਰਿਆਂ ਦੀਆਂ ਜੇਬਾਂ ਖਾਲੀ ਕਰੀ ਜਾਂਦਾ, ਠੱਗ ਰਿਹਾ ਸਾਰਿਆਂ ਨੂੰ। ਪਰ ਕਬੀਰ ਜੀ ਕਹਿੰਦੇ ਹੁਣ ਸਾਡੀ ਠੱਗ ਨਾਲ ਗੱਲ ਬਣੀ ਹੋਈ, ਆਪਸ ਸੈਟਿੰਗ ਹੋ ਗਈ ਹੈ, ਸਾਡੀ ਠੱਗ ਨਾਲ ਹੋ ਗਈ ਆ ਗੱਲਬਾਤ। ਉਹ ਹੁਣ ਸਾਡਾ ਬਣ ਗਿਆ ਮਿੱਤਰ। ਇਸ ਕਰਕੇ ਸਾਡੇ ਤੋਂ ਬੂਟੀ ਪਰੇ ਕਰ ਲਈ ਉਹਨੇ। ਗਈ ਠਗੌਰੀ ਠੱਗ ਪਹਿਚਾਨਿਆ। ਕਹੋ ਕਬੀਰ ਠੱਗ ਸਿਉ ਮਨ ਮਾਨਿਆ, ਗਈ ਠਗੌਰੀ ਠੱਗ ਪਹਿਚਾਨਿਆ। ਅਸੀਂ ਠੱਗ ਪਛਾਣ ਲਿਆ, ਠੱਗ ਬੂਟੀ ਗਈ, ਮਾਇਆ ਗਈ। ਹੁਣ ਮਾਇਆ ਦਾ ਕੰਮ ਨਹੀਂ ਰਹਿ ਗਿਆ। ਹੁਣ ਮਾਇਆ ਨੇ ਪਤੀ ਨੂੰ ਪਛਾਣ ਲਿਆ ਹੈ, ਪਰਮੇਸ਼ਰ ਨੂੰ ਪਛਾਣ ਲਿਆ। ਤੇ ਗੁਰੂ ਅਰਜਨ ਦੇਵ ਜੀ ਕੌਣ ਹਨ?
ਭਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਬਾਬਾ ਮੋਹਨ ਉੱਥੋਂ ਬੋਲ ਰਿਹਾ ਸੀ। ਆਖੋ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਅਲੰਕਾਰ ਪੜ੍ਹੇ ਹੋਣ ਜਿਹੜੇ ਵਿਦਵਾਨ, ਭਾਸ਼ਾ ਦੇ ਗਿਆਨੀ, ਉਹਨਾਂ ਨੂੰ ਪਤਾ ਹੈ ਇੱਕ ਅਲੰਕਾਰ ਹੁੰਦਾ ਉਸਤਤ ਵਿਆਜ ਨਿੰਦਾ, ਇੱਕ ਹੁੰਦੀ ਹੈ ਨਿੰਦਾ ਵਿਆਜ ਉਸਤਤ, ਆਪੋਜਿਟ ਹੁੰਦੇ ਨੇ। ਉਸਤਤ ਵਿਆਜ ਨਿੰਦਾ ਕੀ ਹੁੰਦੀ ਹੈ? ਥਾਪੀ ਦੇ ਵਾਹ ਵਾਹ ਕਾਕਾ ਕਿੰਨਾ ਬੜਾ ਸਿਆਣਾ ਹੈ, ਤਾਂ ਇਹਦੀ ਕਿਆ ਬਾਤਾਂ ਜੀ, ਇਹ ਤਾਂ ਬੜਾ ਗੁੱਡ ਬੰਦਾ ਜੀ, ਇਹ ਤਾਂ ਇਕੱਲਾ ਹੀ 15 ਰੋਟੀਆਂ ਤੇ ਪਤੀਲਾ ਦਾਲ ਦਾ ਖਾ ਜਾਂਦਾ, ਨਾਲੇ ਤੇ ਉਹਨੂੰ ਸ਼ਾਬਾਸ਼ ਕਹੀ ਜਾਣਾ ਹੈ। ਵਾਹ ਜੀ ਵਾਹ, ਇਹਦੀ ਕਿਆ ਬਾਤ ਹੈ ਜੀ, ਇਹ ਤਾਂ ਮਹਾਰਾਜ ਇਹਦੇ ਬੜੇ ਗੁਣ ਨੇ ਜੀ, ਇਹ ਤਾਂ ਇਕੱਲਾ ਹੀ ਟੋਕਰਾ ਰੋਟੀਆਂ ਤੇ ਖਾ ਜਾਂਦਾ ਜੀ। ਇਹ ਤਾਂ ਹੁਣ ਇਹਦੇ 'ਚ ਦੱਸੋ ਉਸਤਤ ਹੋ ਰਹੀ ਹੈ ਕਿ ਨਿੰਦਾ ਹੋ ਰਹੀ ਹੈ? ਉੱਤੋਂ ਦੀ ਉਸਤਤ ਹੈ। ਵਾਹ ਜੀ ਵਾਹ, ਕਿਆ ਬਾਤ ਹੈ ਜੀ, ਬਹੁਤ ਕਮਾਲ ਹੈ ਜੀ, ਟੋਕਰਾ ਰੋਟੀਆਂ ਦਾ ਖਾ ਜਾਂਦਾ ਤੇ ਉਹਦੀ ਜੜ ਕੱਟੀ ਜਾ ਰਹੀ ਹੈ, ਉਹਦੀ ਨਿੰਦਾ ਹੋ ਰਹੀ ਹੈ, ਉੱਤੋਂ ਲੱਗਦੀ ਵੀ ਵਾਹ ਜੀ ਵਾਹ ਹੋ ਰਹੀ ਹੈ। ਇਹਨੂੰ ਕਹਿੰਦੇ ਉਸਤਤ ਵਿਆਜ ਨਿੰਦਾ। ਇੱਕ ਹੁੰਦੀ ਨਿੰਦਾ ਵਿਆਜ, ਉੱਤੋਂ ਤੇ ਹੋਣੀ ਹੈ ਨਿੰਦਾ, ਉੱਤੋਂ ਤੇ ਹੋਣੀ ਹੈ ਨਿੰਦਾ, ਪਰ ਵਿੱਚ ਉਹਦੇ